ਬਖਸ਼ਿਸ਼ ਹੈ। ਸੋ ਇਹ ਪਿਆਰ ਗੁਰੂ ਆਪ ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਸਹਿਜ ਭਾਵ ਨਾਲ ਜੋੜ ਕੇ ਨਾਮ ਬਾਣੀ ਬਖਸ਼ਦੇ ਰਹਿਣ, ਇਹੀ ਅਰਦਾਸ ਹੈ। ਆਓ ਇਤਿਹਾਸ ਸਾਹਿਬ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਅੱਛਾ, ਕੀ ਨਾਮ? ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਚਲ ਲਾਵੋ, ਬਿਖਮ ਨਦੀ ਜਾਏ ਤਰਣੀ। ਡੰਡੌਤ ਬੰਧਨ ਅਨਕ ਬਾਰ, ਸਰਬ ਕਲਾ ਸਮਰਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੱਖਣੇ ਮਹਿਲਾ ਪੰਜਵਾ, ਮੁਖੋਂ ਅਲਾਏ ਹਬ। ਮਰਨ ਪਛਾੜਨ ਦੋ ਕੋਏ, ਨਾਨਕ ਤਿਨਾ ਖਾਪ। ਜਿਨਾ ਯਕੀਨਾ ਹਿਕ ਸਿਉ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਪਰਮ ਸਨਮਾਨਯੋਗ ਸਤਸੰਗੀ ਜਨੋ, ਆਪ ਵਡਭਾਗੇ ਹੋ। ਸੱਚੇ ਪਾਤਸ਼ਾਹ ਹਜ਼ਾਰ ਹਾਜ਼ਰ ਹਜ਼ੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਨੂੰ ਮਾਣ ਰਹੇ ਹੋ। ਜਿਹੜੀ ਸੰਗਤ ਘਰ ਬੈਠੇ ਸਰਵਣ ਕਰ ਰਹੀ ਹੈ, ਜਿਹੜੇ ਰਜੌਰੀ ਗਾਰਡਨ ਦੇ ਨੇੜੇ ਪਰਿਵਾਰ ਰਹਿੰਦੇ ਨੇ, ਉਹਨਾਂ ਵਾਸਤੇ ਬੇਨਤੀ ਹੈ ਕਿ ਅੱਜ ਡਾਕਟਰ ਜਸਕੀਰਤ ਸਿੰਘ ਤੇ ਉਹਨਾਂ ਦੀ ਟੀਮ ਸੇਵਾ 24/7 ਟਰਸਟ, ਉਹ ਗੁਰਦੁਆਰਾ ਸਾਹਿਬ ਵਿਖੇ ਜਿੰਨੇ ਵੀ ਤਰ੍ਹਾਂ ਦੀ ਨੈਚੁਰੋਪੈਥੀ ਆ, ਉਹਦਾ ਇਲਾਜ, ਐਕਿਊਪ੍ਰੈਸ਼ਰ, ਉਹ ਇੱਥੇ ਅੱਜ ਸੰਗਤਾਂ ਦੀ ਸੇਵਾ ਕਰਨ ਵਾਸਤੇ ਪਹੁੰਚੇ ਹੋਏ ਨੇ। 2 ਦਿਨ ਉਹਨਾਂ ਨੇ ਸੇਵਾ ਕਰਨੀ ਆ, ਅੱਜ ਤੇ ਕੱਲ੍ਹ। ਜਿਹੜੇ ਸਮਾਂ ਕੱਢ ਕੇ ਸ਼ਾਮੀ 7 ਤੋਂ 9 ਵਜੇ ਆ ਸਕਦੇ ਨੇ ਤੇ ਉਹ ਮਿਲਣ। ਇਹਨਾਂ ਕੋਲ ਸਤਿਗੁਰ ਦੀ ਬੜੀ ਕਿਰਪਾ ਹੈ, ਕਈ ਇਲਾਜ ਇਹ ਬਿਨਾਂ ਦਵਾਈਆਂ ਤੋਂ ਹੀ ਕਰਦੇ ਨੇ। ਸੋ ਸਤਿਗੁਰ ਜੀ ਭਲੀ ਕਰਨ, ਆਪ ਬਖਸ਼ੋ ਅਸੀਸ ਆਪ ਸਾਰੀਆਂ ਸੰਗਤਾਂ ਨੂੰ। ਜਿਉਂ ਆਇਆਂ ਨੂੰ ਆਪ ਆਇਓ, ਆਪ ਜੀ ਦੇ ਚਰਨਾਂ 'ਚ ਇਸਤਕਬਾਲ ਹੈ। ਜਿੰਨੇ ਘਰ ਬੈਠੇ ਸਰਵਣ ਕਰ ਰਹੇ ਹੋ, ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਣੇ ਦੱਖਣੇ ਮਹੱਲਾ ਪੰਜਵਾਂ ਸਾਰੀ ਵਾਰ ਜੀ ਦੀ 23 ਪੌੜੀਆਂ ਨੇ। ਪੌੜੀ ਵੀ ਗੁਰੂ ਅਰਜਨ ਸਾਹਿਬ ਜੀ ਦੀ ਤੇ ਸਲੋਕ ਵੀ ਸੱਚੇ ਪਾਤਸ਼ਾਹ ਜੀ ਦੇ। ਔਰ ਆਪ ਸੰਗਤ ਬਹੁਤ ਆਨੰਦ ਮਾਣ ਰਹੇ ਹੋ। ਆਸ ਹੈ ਕਿ ਇਸ ਬਾਣੀ ਨੂੰ ਪੜ੍ਹਦੇ ਹਾਂ, ਵਿਚਾਰਦੇ ਹਾਂ। ਦੱਖਣੇ ਮਹੱਲਾ ਪੰਜਵਾਂ 15ਵਾਂ ਅੱਜ ਪੌੜੀ ਦੇ ਨਾਲ ਲੱਗਦੇ ਸਲੋਕਾਂ ਦਾ ਮਜ਼ਮੂਨ ਜਿਹੜਾ ਹੈ, ਉਹ ਸੱਚੇ ਪਾਤਸ਼ਾਹ ਕਹਿੰਦੇ ਹੈ ਕਿ ਤੂੰ ਗੁਰੂ ਦਾ ਨਾਮ ਜਪ ਤਾਂ ਸਹੀ, ਤੂੰ ਮੁਖ ਤੋਂ ਅਲਾ ਤਾਂ ਸਹੀ, ਅਲਾਪ ਤਾਂ ਸਹੀ, ਤੂੰ ਉਹਨੂੰ ਚੇਤੇ ਤਾਂ ਕਰ, ਇੱਕ ਵਾਰੀ ਪੁਕਾਰ ਤੇ ਸਹੀ। ਜੇ ਪੁਕਾਰੇਗਾ ਤੇ ਹੋ ਸਕਦਾ ਹੈ ਉਹ ਹਾਜ਼ਰ ਨਾਜ਼ਰ ਜਿਹੜਾ ਸਾਰਿਆਂ ਦੇ ਵਿੱਚ ਵੱਸਦਾ ਤੇਰੇ ਅੰਦਰੋਂ ਪ੍ਰਗਟ ਕਰ ਦੇ ਆਪਣੇ ਆਪ ਨੂੰ, ਤੇਰੇ ਵਿੱਚੋਂ ਪ੍ਰਗਟ ਹੋ ਜਾਏ। ਤੇਰੇ ਮੱਥੇ ਦੇ ਉੱਤੇ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ ਦਾ ਸੱਚ ਵਰਤ ਜਾਏ। ਸਾਹਿਬ ਜੀ ਦਾ ਬਚਨ ਦੱਖਣੇ ਮਹੱਲਾ ਪੰਜਵਾਂ, ਮੁਖੋਂ ਅਲਾਏ ਅਬ। ਸਾਰੇ ਉਹਨੂੰ ਅਲਾਪਦੇ ਨੇ। ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਅਗੰਮ ਅਗੋਚਰ ਅਤ ਵੱਡਾ, ਅਤੁਲ ਨਾ ਤੁਲਿਆ ਜਾਏ। ਕਹਿਣ ਨੂੰ ਤੇ ਬਹੁਤ ਕਰ ਰਹੇ ਨੇ। ਇੱਥੋਂ ਤੱਕ ਕਬੀਰ ਸਾਹਿਬ ਨੇ ਕਿਹਾ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲੋਨਾ ਜਾਣਾ। ਜਪਣ ਵਾਲੇ ਬਹੁਤ ਨੇ।
ਇਹਨੂੰ ਸਾਹਿਬ ਜੀ ਕਹਿੰਦੇ ਮੁਖੋਂ ਅਲਾਏ ਹੱਬ ਮਰਨ ਪਛਾਣੜੋ ਕੋਏ ਪਛਾਣ ਕੋਏ। ਕੋਈ ਬਿਰਲਾ ਹੀ ਜਾਣਦਾ ਹੈ ਉਸ ਰੱਬ ਬਾਰੇ ਤੇ ਉਸ ਰੱਬ ਦੀ ਖੇਡ ਬਾਰੇ ਕਿ ਅਸੀਂ ਇੱਥੇ ਨਹੀਂ ਰਹਿਣਾ। ਮਰਨ ਲਿਖਾਏ ਮੰਡਲ ਮੈਂ ਆਏ, ਜਿਨ ਕੀ ਚੀਰੀ ਦਰਗਾਹ ਪਾਟੀ ਤਿੰਨਾ ਮਰਨਾ ਭਾਈ। ਸਾਰੇ ਕਹਿੰਦੇ ਆ ਕਿ ਮਰਨਾ, ਪਰ ਕੋਈ ਬਿਰਲਾ ਹੀ ਇਸ ਗੱਲ ਨੂੰ ਪਛਾਣ ਸਕਦਾ। ਨਾਨਕ ਤਿਨਾ ਖਾਕ ਜਿਨਾ ਯਕੀਨਾ ਹਿਕ ਸਿਉ। ਮੈਂ ਉਹਨਾਂ ਦੇ ਪੈਰਾਂ ਦੀ ਖਾਕ ਬਣਨਾ ਲੋਚਦਾ ਸੱਚਾ ਪਾਤਸ਼ਾਹ। ਮੈਂ ਉਹਨਾਂ ਦੀ ਪੈਰਾਂ ਦੀ ਧੂੜ ਹਾਂ ਜਿਨ੍ਹਾਂ ਦੇ ਦਿਲ ਦੇ ਵਿੱਚ ਇਹ ਯਕੀਨ ਬਣ ਗਿਆ ਕਿ ਰਹਿਣ ਵਾਲਾ ਇੱਕੋ ਇੱਕ ਖੁਦਾ ਹੈ। ਅੱਲਾਹ ਅਲਖ ਅਗਮ ਕਾਦਰ ਕਰਨ ਹਾਰ ਕਰੀਮ। ਸਭ ਦੁਨੀਆ ਆਵਣ ਜਾਵਣੀ ਮੁਕਾਮ ਏਕ ਰਹੀਮ। ਮੁਕਾਮ ਤਿਸ ਨੂੰ ਆਖੀਐ ਜਿਸ ਸਿਸ ਨਾ ਹੋਵੀ ਲੇਖ। ਅਸਮਾਨ ਜ਼ਮੀ ਚਲਸੀ ਮੁਕਾਮ ਉਹੀ ਏਕ। ਦਿਨ ਰਬ ਚੱਲੈ ਨਿਸਸ ਚੱਲੈ ਤਾਰਿਕਾ ਲੱਖ ਪਲੋਏ। ਸਭ ਖਤਮ ਹੋ ਜਾਏਗਾ, ਨਾ ਤਾਰੇ ਰਹਿਣਗੇ, ਨਾ ਸੂਰਜ, ਨਾ ਚੰਦਰਮਾ, ਪਰ ਇੱਕੋ ਚੀਜ਼ ਜਿਹੜੀ ਸਦਾ ਰਹਿਣ ਵਾਲੀ ਹੈ, ਮੁਕਾਮ ਉਹੀ ਏਕ ਹੈ। ਨਾਨਕਾ ਸੱਚ ਬੁਗੋਏ। ਜਿਹੜੇ ਇਕੱਲੇ ਸਾਡੀ ਤਰ੍ਹਾਂ ਬੋਲਦੇ ਨਹੀਂ, ਜਿਨ੍ਹਾਂ ਨੇ ਸੱਚ ਯਕੀਨ ਕਰ ਲਿਆ। ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਉਹਨਾਂ ਦੀ ਪੈਰਾਂ ਦੀ ਖਾਕ ਹਾਂ ਜੀ। ਮਹਿਲਾ ਪੰਜਵਾ। ਜਾਣ ਵਸੰਦੋ ਮੰਝ ਪਛਾਣੂ ਕੋ ਹਿਕੜੋ। ਤੈ ਤਨ ਪਰਦਾ ਨਾਹੀ ਨਾਨਕ ਜੈ ਗੁਰ ਭੇਟਿਆ। ਇੱਕ ਬਾਣੀ ਨੂੰ ਪੜਨ ਨਾਲ ਕਈ ਬਾਣੀਆਂ ਦੀਆਂ ਪਰਤਾਂ ਖੁੱਲਦੀਆਂ ਨੇ। ਇਹ ਅਕਸਰ ਆਪਣੇ ਮਨ ਦੇ ਵਿੱਚ ਭੁਲੇਖਾ ਨਾ ਰੱਖਿਓ ਕਿ ਕੋਈ ਬਾਣੀ ਅਸੀਂ ਵੱਧ ਬਾਣੀ ਪੜਾਂਗੇ ਤੇ ਉਸ ਬਾਣੀ ਨੂੰ ਪੜਨ ਦਾ ਫਾਇਦਾ ਕੀ ਹੋਏਗਾ। ਲਾਹਾ ਇਹ ਹੋਏਗਾ ਕਿ ਜਿਹੜਾ ਇਸ ਤੋਂ ਅਲੱਗਾ ਤੁਸੀਂ ਕੋਈ ਹੋਰ ਪਾਠ ਕਰਦੇ ਹੋ, ਜੇ ਤੁਸੀਂ ਆਸਾ ਕੀ ਵਾਰ ਪੜਨ ਲੱਗੇ ਹੋ ਤੇ ਤੁਹਾਡੀ ਜਪ ਬਾਣੀ ਦੀਆਂ ਪਰਤਾਂ ਖੁੱਲ ਜਾਣਗੀਆਂ। ਜੇ ਤੁਸੀਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਹੋ, ਕਦੀ ਤੁਸੀਂ ਸਿੱਧ ਗੋਸ਼ਟ ਪੜ੍ਹ ਲਈ ਜਾਂ ਤੁਸੀਂ ਇਸ ਤੋਂ ਅਲੱਗਾ ਪਹਿਰੇ ਬਾਣੀ ਪੜ੍ਹ ਲਈ, ਤੇ ਤੁਹਾਡੀਆਂ ਪਰਤਾਂ ਖੁੱਲਣਗੀਆਂ ਜੋ ਸਤਿਗੁਰੂ ਜੀ ਉੱਥੇ ਕਹਿ ਰਹੇ ਜੇ ਸੁਰਤ ਸੁਚੇਤ ਹੋਈ। ਹੁਣ ਇਹਨਾਂ ਤੁਕਾਂ ਦੇ ਨਾਲ ਕਿੰਨੀ ਸਾਰੀ ਬਾਣੀਆਂ ਦੀਆਂ ਪਰਤਾਂ ਖੁੱਲਦੀਆਂ ਨੇ। ਜਾਣ ਵਸੰਦੋ ਮੰਝ ਪਛਾਣੂ ਕੋ ਹੇਕੜੋ। ਕੋਈ ਹੇਕੜੋ ਦਾ ਮਤਲਬ ਬਿਰਲਾ ਇਹ ਪਛਾਣਦਾ ਹੈ ਕਿ ਉਹ ਸਾਰਿਆਂ ਦੇ ਵਿੱਚ ਵਸਦਾ। ਸਭੈ ਘਟ ਰਾਮ ਬੋਲ। ਜਾਂ ਆਪਾਂ ਜਪ ਬਾਣੀ 'ਚ ਪੜ੍ਹਦੇ ਹਾਂ ਕਿ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਸਾਨੂੰ ਕਿਉਂ ਨਹੀਂ ਦਿਸਦਾ? ਜੇ ਸਾਡੇ ਵਿੱਚ ਹੈ ਤੇ ਸਾਨੂੰ ਕਿਉਂ ਨਹੀਂ ਮਹਿਸੂਸ ਹੁੰਦਾ? ਮਹਾਰਾਜ ਕਹਿੰਦੇ ਕੂੜ ਦੀ ਪਾਲ ਹੈ। ਜਿਉਂ ਜਿਉਂ ਪਾਪ ਕੀਤੇ ਹੋਏ ਨੇ, ਵਿਕਾਰ ਕੀਤੇ ਹੋਏ ਨੇ, ਉਹ ਫੁਰਨੇ ਅੱਗੇ ਆਉਂਦੇ ਨੇ, ਉਹ ਪਾਪ ਹੀ ਅੱਗੇ ਆਉਂਦੇ ਨੇ ਕਿ ਭਇਆ ਮਨੂਰ ਕੰਚਨ ਫਿਰ ਹੋਵੈ। ਜਿੰਨਾ ਚਿਰ ਤੱਕ ਗੁਰੂ ਦੀ ਕਿਰਪਾ ਨਾ ਹੋਏ ਤੇ ਇਹ ਖਾਕ, ਇਹ ਪਾਕ ਭਾਵ ਕਿ ਇਹ ਪਰਦਾ ਨਹੀਂ ਲੱਥੇਗਾ। ਮਹਾਰਾਜ ਜੀ ਕਹਿੰਦੇ ਸਾਰੇ ਇਹ ਕਹਿੰਦੇ ਆ ਕਿ ਰੱਬ ਸਾਡੇ ਅੰਦਰ ਹੈ, ਪਰ ਕੋਈ ਵਿਰਲਾ ਹੀ ਪਛਾਣਦਾ ਹੈ। ਪਛਾਣੂ ਕੋ ਹੇਕੜੋ। ਜਾਣ ਵਸੰਦੋ ਮੰਝ ਦਾ ਮਤਲਬ ਜਾਣਦੇ ਸਾਰੇ ਨੇ ਕਿ ਉਹ ਸਭ ਦੇ ਅੰਦਰ ਵਸਦਾ ਹੈ। ਪਛਾਣੂ ਕੋ ਹੇਕੜੋ ਤੈ ਤਨ ਪਰਦਾ ਨਾ ਹੈ, ਪਰ ਉਹਦਾ ਸੱਚੀ ਮੁੱਚੀ ਪਰਦਾ ਹਟ ਗਿਆ। ਕੂੜ ਦੀ ਪਾਲ ਲੱਥ ਗਈ, ਜਿਹਦੇ ਉੱਤੇ ਜਿਨ੍ਹਾਂ ਨਾਨਕ ਜੈ ਗੁਰ ਭੇਟਿਆ। ਜਿਹਨੇ ਗੁਰੂ ਦੇ ਸੱਚੀ ਮੁੱਚੀ ਅੰਦਰੋਂ ਤਾਂਗ ਰੂਪੀ ਦੀਦਾਰ ਕੀਤੇ, ਉਹਨਾਂ ਦਾ ਇਹ ਪਰਦਾ ਹਟ ਗਿਆ ਜੀ। ਮਹਿਲਾ ਪੰਜਵਾ। ਮਤੜੀ ਕਾਂਡਕ ਆਹ ਪਾਵ ਤੋ ਵੰਦੋ ਪੀਵ ਸਾਂ। ਮੂਹ ਤਨ ਪ੍ਰੇਮ ਅਥਾਹ ਪਸਣ ਕੂ ਸੱਚਾ ਧਣੀ। ਫਿਰ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਬੜੀ ਕਿਰਪਾ ਕੀਤੀ ਅੱਜ ਦੇ ਬਚਨਾਂ ਦੇ ਵਿੱਚ। ਮਹੱਲਾ ਪੰਜਵਾਂ ਮਤੜੀ। ਹੁਣ ਇਹ ਜਿਹੜੇ ਅਰਥ ਨਾ ਕਈ ਰੂਪ ਦੇ ਵਿੱਚ ਚੱਲਦੇ ਨੇ। ਜੇ ਅਸੀਂ ਪ੍ਰੋਫੈਸਰ ਸਾਹਿਬ ਸਿੰਘ ਦੇ ਟੀਕੇ ਨੂੰ ਥੋੜਾ ਜਿਹਾ ਧਿਆਨ ਨਾਲ ਵਾਚੀਏ, ਮਤੜੀ ਕਾਂਡ ਕੁਆਹ, ਉਹ ਐਵੇਂ ਅਰਥ ਕਰਦੇ ਆ, ਕਾਂਡਕ ਆਹ ਨਹੀਂ ਕਰਦੇ ਅਰਥ। ਤੇ ਸੰਪਰਦਾਇ ਵਾਲੇ ਕਾਂਡਕ ਆਹ ਕਰਦੇ ਆ, ਪਰ ਅਸਲ ਦੇ ਵਿੱਚ ਮਤੜੀ ਦਾ ਮਤਲਬ ਹੈ ਮਤ, ਕਾਂਡ ਦਾ ਮਤਲਬ ਹੈ ਕੱਢੀ ਜਾਣੀ, ਕੁਆਹ ਦਾ ਮਤਲਬ ਹੈ ਪੁਆੜੇ ਵਾਲੀ ਸੋਚ, ਪਾਪੀ ਸੋਚ। ਇਹਨੂੰ ਭਾਵੇਂ ਜਿਵੇਂ ਮਰਜ਼ੀ ਪੜ੍ਹ ਲਓ, ਕੋਈ ਐਸੀ ਗੱਲ ਨਹੀਂ ਹੈ। ਜੋ ਲਿਖਿਆ ਉਹ ਵਿਚਾਰ ਕੀਤਾ ਜਾ ਸਕਦਾ ਹੈ, ਪਰ ਜੇ ਤੁਸੀਂ ਪੜ੍ਹੋ ਮਤੜੀ ਕਾਂਡ ਕੁਆਹ, ਫਿਰ ਤੁਹਾਨੂੰ ਸਪਸ਼ਟ ਹੋ ਜਾਣਗੇ ਕਿ ਸਾਡੇ ਅੰਦਰੋਂ ਕੁਆਹ ਕਿ ਭੈੜੀ ਮਤ ਕੱਢ ਦਿੱਤੀ ਜਾਏ। ਜੇ ਕੋਈ ਕੱਢ ਦੇ ਮੇਰੇ ਮਨ ਦੇ ਵਿੱਚੋਂ, ਮੇਰੀ ਮਤ ਨੂੰ, ਭੈੜੀ ਮਤ ਨੂੰ ਕੱਢ ਦੇ, ਪਾਵ ਤੋਂ ਵੰਦੋ ਪੀਵ ਸਾਂ, ਮੈਂ ਉਹਦੇ ਪੈਰਾਂ ਨੂੰ ਧੋ ਕੇ ਪੀਵਾਂ।
ਜੇ ਮੇਰੇ ਅੰਦਰੋਂ ਨੈਗੇਟਿਵਿਟੀ ਕੋਈ ਖਤਮ ਕਰ ਦੇ, ਮੇਰੇ ਅੰਦਰੋਂ ਪਾਪ ਕੋਈ ਖਤਮ ਕਰ ਦੇ। ਮੂੰਹ ਤਨ ਪ੍ਰੇਮ ਅਤਹ ਪਸਣ ਕੋ ਸੱਚਾ ਧਣੀ, ਮੇਰੇ ਅੰਦਰ ਪ੍ਰੇਮ ਹੈ ਤਿਸ 10 ਪਿਆਰੇ ਸਿਰ ਤਲੀ ਉਤਾਰੇ ਇੱਕ ਭੋਰੀ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰਿਯ ਰੰਗ ਰੰਗਾਰੇ ਇੱਕ ਤਿਲ ਪੀਨਾ ਤਰੀਜੈ। ਮੇਰੇ ਅੰਦਰ ਪ੍ਰੇਮ ਹੈ ਅਥਾ, ਬਹੁਤ ਜ਼ਿਆਦਾ। ਪਸਣ, ਪਸਣ ਦਾ ਮਤਲਬ ਦੇਖਣ ਦਾ, ਉਹਦੇ ਦੀਦਾਰ ਕਰਨ ਦਾ। ਕੂ ਸੱਚ ਧਣੀ, ਦੀਦਾਰ ਨੂੰ, ਉਸ ਪ੍ਰਭੂ ਨੂੰ ਦੇਖਣ ਦਾ ਮੇਰੇ ਅੰਦਰ ਪ੍ਰੇਮ ਹੈ। ਪਰ ਮੇਰੇ ਅੰਦਰ ਦੀ ਕੋਝੀ ਮੱਤ ਉਸ ਪ੍ਰਭੂ ਤੇ ਮੇਰੇ ਵਿਚਕਾਰ ਪੜਦੇ ਰੂਪ, ਕੰਧ ਰੂਪ ਦੇ ਵਿੱਚ ਪਈ ਹੈ। ਮੈਂ ਬਲਿਹਾਰ ਜਾਵਾਂ ਕੋਈ ਆਣ ਮਿਲਾਵੇ, ਮੇਰਾ ਪ੍ਰੀਤਮ ਪਿਆਰਾ ਹੋਂ ਤਿਸ ਪੈ ਆਪ ਵਿਚਾਈ। ਮੈਂ ਬਲਿਹਾਰ ਕਰਾਂ ਜਿਹੜੀ ਮੇਰੀ ਕੋਝੀ ਮੱਤ ਨੂੰ ਪਰਾਂ ਕਰੇ ਜੀ। ਪੌੜੀ ਨਿਰਭਉ ਨਾਮ ਵਿਸਾਰਿਆ, ਨਾਲ ਮਾਇਆ ਰਚਾ, ਆਵੇ ਜਾਏ ਭਵਾਈਐ, ਬਹੁ ਜੋਨੀ ਨੱਚਾ। ਫਿਰ ਅੱਗੇ ਜ਼ਿਕਰ ਕੀਤਾ ਹੈ ਸਤਿਗੁਰ ਜੀ ਨੇ ਪੌੜੀ ਦੇ ਵਿੱਚ, ਗੁਰੂ ਅਰਜਨ ਸਾਹਿਬ ਜੀ ਨੇ, ਨਿਰਭਉ ਨਾਮ ਵਿਸਾਰਿਆ ਨਾਲ ਮਾਇਆ ਰਚਾ। ਮਤ ਕੂੜੀ ਹੋਣ ਦਾ ਇੱਕੋ ਇੱਕ ਕਾਰਨ ਹੈ, ਚੋਰਾਂ ਜ਼ਾਰਾਂ ਕੂੜੀਆਂ ਕੁੱਟੜੀਆਂ ਦੀ ਬਾਣ, ਚੋਰਾਂ ਜ਼ਾਰਾਂ ਰੰਡੀਆਂ ਕੁੱਟੜੀਆਂ ਦੀ ਬਾਣ। ਵੇ ਦੀਨਾ ਕੀ ਦੋਸਤੀ ਵੇ ਦੀਨਾ ਕਾ ਖਾਣ, ਸਿਫਤੀ ਸਾਰ ਨਾ ਜਾਣਨੀ। ਜਿਹਦੇ ਅੰਦਰ ਪ੍ਰਭੂ ਦੀ ਸਿਫਤ ਸਲਾਹ ਨਹੀਂ ਹੈ ਨਾ, ਉਹਦੀ ਮੱਤ ਮੈਲੀ ਹੋਣੀ ਹੈ। ਜੇ ਅੱਜ ਸਿਫਤ ਸਲਾਹ ਕੀਤੀ, ਕਈ ਦਿਨ ਨਹੀਂ ਕੀਤੀ, ਮਹਾਰਾਜ ਕੀਤੀ ਉਸ ਕੀਤੇ ਹੋਏ ਦਾ ਵੀ ਲਾਹਾ ਘਟ ਜਾਏਗਾ ਜੇ ਮੈਲ ਮਨ ਦੇ ਉੱਤੇ ਲੱਗਦੀ ਰਹੇਗੀ। ਘਰ ਦੇ ਵਿੱਚ ਜਿੰਨੇ ਮਰਜ਼ੀਆਂ ਬੂਹੇ ਦਰਵਾਜ਼ੇ ਬਾਰੀਆਂ ਅਸੀਂ ਢੋ ਦਈਏ, ਢੋ ਕੇ ਭਾਵੇਂ ਉਹਦੇ ਉੱਤੇ ਪਰਦੇ ਚੜਾ ਦਈਏ, ਭਾਵੇਂ ਉਹਨੂੰ ਲੈਮੀਨੇਟ ਕਰ ਦਈਏ, ਪਰ ਜੇ ਘਰ ਦੇ ਅੰਦਰ ਝਾੜੂ ਨਾ ਮਾਰੀਏ, ਡਸਟਿੰਗ ਨਾ ਕਰੀਏ, ਤੇ ਫਿਰ 2-3 ਦਿਨਾਂ ਬਾਅਦ ਮਿੱਟੀ ਆ ਜਾਂਦੀ ਹੈ। ਇਹ ਘਰ ਦੇ ਦਰਵਾਜ਼ੇ ਬੂਹੇ ਬਾਰੀਆਂ ਦਾ ਹਾਲ ਹੈ। ਕਬੀਰ ਸਾਹਿਬ ਕਹਿੰਦੇ ਸਾਡੇ ਤਨ ਦੇ 9 ਦਰਵਾਜ਼ੇ ਸਦਾ ਹੀ ਖੁੱਲੇ ਨੇ ਤੇ ਸਦਾ ਹੀ ਵਿਕਾਰ ਨੂੰ ਉਹ ਜਜ਼ਬ ਕਰ ਰਹੇ ਨੇ। ਤੇ ਅੰਦਰ ਮਤ ਦਾ ਹਾਲ ਕੀ ਹੋਏਗਾ, ਇਹ ਕੋਈ ਵਿਰਲਾ ਹੀ ਸੋਚਦਾ ਕਿ ਇਹ ਜਿਹੜੇ 7 ਦਰਵਾਜ਼ੇ ਤੇ ਅਸੀਂ ਮੈਲ ਅੰਦਰ ਹੀ ਖਿੱਚ ਰਹੇ ਹਾਂ। ਘਰ ਦੇ ਵਿੱਚ 2 ਦਿਨ ਅਸੀਂ ਬੁੱਕਰ ਨਾ ਫੇਰੀਏ ਤੇ ਮਿੱਟੋ ਮਿੱਟ ਹੁੰਦਾ ਹੈ ਘਰ। ਮਹਾਰਾਜ ਕਹਿੰਦੇ ਮਤ ਬੜੀ ਕੋਝੀ ਹੈ ਭਾਈ, ਇਹਨੂੰ ਪਵਿੱਤਰ ਕਰਨ ਲਈ ਯਤਨ ਕਰੋ। ਇਹ ਵਿਕਾਰ ਨਾਲ ਦੇ ਨਾਲ ਇਹਦੇ ਅੰਦਰ ਜਾ ਰਹੇ ਨੇ। ਨਿਰਭਉ ਨਾਮ ਵਿਸਾਰਿਆ, ਪ੍ਰਭੂ ਦਾ ਨਾਮ ਚੇਤੇ ਨਹੀਂ ਕੀਤਾ, ਨਾਲ ਮਾਇਆ ਰਚਾ, ਵਿਕਾਰ ਅੰਦਰ ਰਚੀ ਜਾ ਰਹੇ ਨੇ, ਮਾਇਆ ਦੇ ਵਿੱਚ ਗੁੜੁਚੈ ਮਨ। ਆਵੈ ਜਾਏ ਭਵਾਈਐ ਬਹੁ ਜੋਨੀ ਨੱਚਾ, ਦੇਖ ਤੈਨੂੰ ਕਿਵੇਂ ਬਾਂਦਰ ਦੀ ਤਰ੍ਹਾਂ ਇਹ ਮਾਇਆ ਨਚਾਉਂਦੀ ਹੈ। ਜੋਨਾ ਕੋਈ ਮਰਨ ਤੋਂ ਬਾਅਦ ਥੋੜੀ ਹੈ। ਦੇਖ ਕਿਵੇਂ ਇਹ ਲੋਭ ਮਨ ਜਦ ਮਨ ਉੱਤੇ ਹਾਵੀ ਹੁੰਦਾ ਹੈ, ਕਾਮ ਹਾਵੀ ਹੁੰਦਾ ਤੇ ਹਾਥੀ ਬਣਦਾ ਹੈ। ਜਦ ਇਸ ਮਨ ਦੇ ਉੱਤੇ ਸੱਚਾ ਪਾਤਸ਼ਾਹ ਕਬੀਰ ਸਾਹਿਬ ਜੀ ਦੀ ਬਾਣੀ 'ਚ ਕਿੰਨਾ ਪਿਆਰਾ ਬਚਨ, ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ, ਛੂਟਨ ਕੋ ਸਹਸਾ ਪਰਿਆ ਮਨ ਬੌਰਾ ਰੇ, ਨਾਚਿਓ ਘਰ ਘਰ ਬਾਰ, ਜੋ ਨਲਨੀ ਸੋਟਾ ਗਇਓ ਤੋਤੇ ਦੀ ਤਰ੍ਹਾਂ। ਇਹ ਜੂਨਾ ਇਹ ਜਿਉਂਦੇ ਜੀ ਅਸੀਂ ਜੂਨਾ ਭੋਗਦੇ ਹਾਂ, ਹਰ ਨਿਮਖ ਜੂਨਾ ਭੋਗਦੇ ਹਾਂ। ਇਸ ਕਰਕੇ ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਕਹਿੰਦੇ ਹੈ ਜਿੰਨਾ ਹੋ ਸਕੇ ਗੁਰੂ ਗੁਰੂ ਜਪੀਏ। ਵਾਹਿਗੁਰੂ ਵਾਹਿਗੁਰੂ ਸਮਾਂ ਕੱਢ ਕੇ ਨਹੀਂ, ਸਮਾਂ ਤੇ ਇਹ ਹੈ, ਇੰਨੇ 24 ਘੰਟੇ ਸਾਰਿਆਂ ਕੋਲ ਹੈ। ਸੱਚਾ ਪਾਤਸ਼ਾਹ ਕਹਿੰਦੇ ਇਸੀ ਸਮੇਂ ਨੂੰ ਲਾਹੇਵੰਦ ਬਣਾਉਣਾ ਪਏਗਾ, ਨਾ ਇਸ ਤੋਂ ਵੱਧ ਨਾ ਘੱਟ। ਇਹ ਯਤਨ ਕੋਈ ਵਿਰਲਾ ਕਰਦਾ ਹੈ ਜੀ। ਬਚਨ ਕਰੇ ਤੈ ਖਿਸਕ ਜਾਏ, ਬੋਲੇ ਸਭ ਕੱਚਾ, ਅੰਦਰੋਂ ਥੋਥਾ ਕੂੜਿਆਰ, ਕੂੜੀ ਸਭ ਕੱਚਾ। ਫਿਰ ਸਾਹਿਬ ਜੀ ਕਹਿੰਦੇ ਉਹ ਇਨਸਾਨ ਇੰਨੇ ਕੱਚੇ ਨੇ, ਬਚਨ ਕਰਦੇ ਹੀ ਮੁੱਕਰ ਜਾਂਦੇ ਨੇ। ਇਹ ਹੈ ਕਿ ਪ੍ਰਭੂ ਦੀ ਬੰਦਗੀ ਤੋਂ ਬਿਨਾਂ। ਹੁਣ ਇਹਦੇ ਵਿੱਚ ਇਹ ਖਿਆਲ ਰੱਖ ਲਿਓ ਕਿ ਜਿਹੜੇ ਬੰਦਗੀ ਕਰ ਰਹੇ ਨੇ ਸੱਚੀ ਮੁੱਚੀ, ਤੇ ਜੇ ਉਹ ਬੰਦਗੀ ਤੋਂ ਆਪਣੇ ਆਪ ਨੂੰ, ਮਨ ਨੂੰ ਲਬਰੇਜ਼ ਸਰਾਸਾਰ ਸਰਸ਼ਾਰ ਕਰਦੇ ਨੇ, ਫਿਰ ਉਹਨਾਂ ਦਾ ਜ਼ਮੀਰ ਜਾਗਦਾ। ਉਹ ਕਹਿੰਦੇ ਕਿ ਜੋ ਬਚਨ ਤੋਂ ਮੁਖ ਤੋਂ ਜਿਹੜਾ ਲਫ਼ਜ਼ ਕੀਤਾ ਹੈ ਨਾ, ਉਹਨੂੰ ਫਿਰ ਪੂਰਾ ਕਰਕੇ ਦਿਖਾਈਏ। ਉਹ ਮਸ਼ੱਕਤ ਕਰਦੇ ਨੇ। ਪਰ ਜਿਹੜੇ ਭੇਖੀ ਹੁੰਦੇ ਨੇ, ਨਾਮ ਜਪਦੇ ਨਹੀਂ ਪਰ ਦੁਨੀਆ ਨੂੰ ਦਿਖਾਉਂਦੇ ਆ ਕਿ ਅਸੀਂ ਨਾਮ ਜਪ ਰਹੇ ਹਾਂ। ਮਹਾਰਾਜ ਕਹਿੰਦੇ ਆ ਬਸ ਬਹੁਤੀ ਦੇਰ ਨਹੀਂ ਲੱਗਦੀ, ਉਹਨਾਂ ਦੀ ਨਿਸ਼ਾਨੀਆਂ ਹੀ ਇਹ ਹੁੰਦੀਆਂ ਨੇ, ਬਾਹਰੋਂ ਭੇਖ ਕਰ ਰਹੇ ਨੇ। ਬਚਨ ਜਿਹੜਾ ਕਰਨਗੇ ਉਹਨੂੰ ਕਮਾ ਨਹੀਂ ਸਕਣਗੇ, ਕੱਚੇ ਰਹਿ ਜਾਣਗੇ। ਉਹਦੇ ਕਰਕੇ ਫਿਰ ਬੰਦਗੀ ਵਾਲੇ ਵੀ ਬਦਨਾਮ ਹੋ ਜਾਂਦੇ। ਇਹ ਮਨਮੁਖਤਾਈ ਬਿਰਤੀ ਦਾ ਹਾਲ ਹੈ। ਬਚਨ ਕਰਦੇ ਨੇ ਤੇ ਖਿਸਕ ਜਾਂਦੇ ਨੇ ਬੋਲੇ ਹੋਏ ਬਚਨਾਂ ਤੋਂ। ਬਚਨ ਕਰੇ ਤੈ ਖਿਸਕ ਜਾਏ, ਬੋਲੇ ਸਭ ਕੱਚਾ, ਕੱਚਾ ਹੀ ਬੋਲਦੇ ਨੇ। ਅੰਦਰੋਂ ਥੋਥਾ ਕੂੜਿਆਰ, ਕੂੜੀ ਸਭ ਕੱਚਾ। ਖੱਚ ਲਫ਼ਜ਼ ਸਾਡਾ ਗੱਪਾਂ ਮਾਰਨੀਆਂ,
ਕਹਿੰਦੇ ਇਹੋ ਜਿਹੀ ਮਨਮੁਖਤਾਈ ਬਿਰਤੀ ਦੇ ਵਿੱਚੋਂ ਕੂੜ ਹੀ ਨਿਕਲਦਾ ਹੈ, ਥੋਥਾ ਹੀ ਹੈ ਅੰਦਰੋਂ। ਖਾਲੀ ਭਾਂਡੇ ਖੜਕਦੇ ਨੇ, ਖਾਲੀ ਘੜੇ ਦੇ ਵਿੱਚ ਬੁਲਬੁਲੇ ਵੀ ਬਣਨਗੇ, ਪਾਣੀ ਸ਼ੋਰ ਵੀ ਕਰੇਗਾ, ਜੇ ਭਰ ਜਾਏਗਾ ਤੇ ਸ਼ਾਂਤ ਹੈ। ਸਿਮਰਨ ਤੋਂ ਵੀ ਹੋਣਾ ਜੀਵ, ਸੱਚੇ ਪਾਤਸ਼ਾਹ ਕਹਿੰਦੇ ਰੋਲਾ ਪਾਉਂਦਾ ਹੈ ਜੀ। ਵੈਰ ਕਰੇ ਨਿਰਵੈਰ ਨਾਲ, ਝੂਠੇ ਲਾਲਚਾਂ, ਮਾਰਿਆ ਸੱਚੇ ਪਾਤਸ਼ਾਹ, ਵੇਖ ਤੁਰ ਕਰਮ ਚਾ। ਫਿਰ ਸਾਹਿਬ ਜੀ ਪੌੜੀ ਦੇ ਵਿੱਚ ਅੱਗੇ ਇਹ ਬਖਸ਼ਿਸ਼ ਕਰਦੇ ਨੇ ਕਿ ਦੇਖ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਖੇਡ ਕੈਸੀ ਹੈ। ਵੈਰ ਕਰੇ ਨਿਰਵੈਰ ਨਾਲ, ਝੂਠੇ ਲਾਲਚ ਪਿੱਛੇ ਉਹ ਬੰਦਗੀ ਕਰਨ ਵਾਲਿਆਂ ਨਾਲ ਵੀ, ਨਿਰਵੈਰਾਂ ਨਾਲ ਵੀ ਵੈਰ ਕਮਾਉਣ ਲੱਗ ਜਾਂਦਾ ਹੈ। ਮਾਰਿਆ ਸੱਚਾ ਪਾਤਸ਼ਾਹ, ਵੇਖ ਧੁਰ ਕਰਮਚਾ, ਉਹਦੇ ਮਾੜੇ ਕਰਮਾਂ ਨੂੰ ਦੇਖ ਕੇ ਰੱਬ ਨੇ ਉਹਨੂੰ ਸੱਟ ਮਾਰਨੀ ਹੈ। ਕਹਿੰਦੇ ਉਹ ਬੰਦੇ ਬਦਾਮ ਖਾ ਕੇ ਸਿਆਣੇ ਨਹੀਂ ਹੁੰਦੇ, ਉਹ ਬੰਦੇ ਦੁਨੀਆ ਦੇ ਤਜਰਬਿਆਂ ਨਾਲ ਨਹੀਂ, ਉਹ ਰੱਬ ਦੀ ਸੱਟ ਨਾਲ ਹੀ ਸਿਆਣੇ ਹੁੰਦੇ ਆ। ਰੱਬ ਉਹਨਾਂ ਦੇ ਕਰਮ ਦੇਖ ਕੇ ਉਹਨਾਂ ਨੂੰ ਮਾਰਦਾ ਹੈ ਜੀ। ਜਮਦੂਤੀ ਹੈ ਹਰ ਹੀਰਿਆ, ਦੁਖ ਹੀ ਮਹਿ ਪਚਾ, ਹੋਆ ਤਪਾਵਸ ਧਰਮ ਕਾ, ਨਾਨਕ ਦਰ ਸੱਚਾ। ਜਮਦੂਤੀ ਹੈ ਹੇਰਿਆ, ਦੁੱਖ ਹੀ ਮਹਿ ਪੱਚਾ, ਜਮਦੂਤਾਂ ਦੇ ਵਸ ਵੀ ਪੈਣਾ ਤੇ ਦੁੱਖ ਵਿੱਚ ਹੀ ਜਨਮ ਬਤੀਤ ਹੋਣਾ। ਹੋਆ ਤਪਾਵਸ ਧਰਮ ਕਾ, ਤਪਾਵਸ ਦਾ ਅਰਥ ਹੈ ਜੀ ਸੱਚ ਫੈਸਲਾ, ਅਟਲ ਫੈਸਲਾ, ਨਿਆਉ। ਰੱਬ ਦਾ ਨਿਆਉ ਸਦਾ ਹੀ ਸੱਚਾ ਹੈ, ਸਦਾ ਹੀ ਵਰਤੇਗਾ। ਹੋਆ ਤਪਾਵਸ ਧਰਮ ਕਾ, ਨਾਨਕ ਦਰ ਸੱਚਾ, ਕਿਉਂਕਿ ਨਾਨਕ ਜੀ ਉਪਾਇ ਕੈ ਲਿਖ ਨਾਵੈ, ਧਰਮ ਤੁਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੈ। ਕਹਿੰਦੇ ਉੱਥੇ ਸੱਚ ਹੀ ਵਰਤਣਾ ਤੇ ਜਿਹੜੇ ਕੂੜ ਨੇ, ਜਿਹੜੇ ਕਚਿਆਰ ਨੇ, ਉਹਨਾਂ ਨੂੰ ਕੱਢ ਕੇ ਬਾਹਰ ਕਰਨਾ। ਸੋ ਸਾਹਿਬ ਜੀ ਕਹਿੰਦੇ ਐਸੀ ਮਨਮੁਖਤਾਈ ਬਿਰਤੀ ਟਿਕਦੀ ਨਹੀਂ ਹੈ ਜੀ। ਦਖਨੇ ਮਹਿਲਾ ਪੰਜਵਾ, ਪ੍ਰਭਾਤੇ ਪ੍ਰਭ ਨਾਮ ਜਪ, ਗੁਰ ਕੇ ਚਰਨ ਧਿਆਏ, ਜਨਮ ਮਰਨ ਮਲ ਉਤਰੈ, ਸੱਚੇ ਕੇ ਗੁਣ ਗਾਏ। ਚਾਲਾਂਗੇ ਉਠ ਨਾਮ ਜਪ, ਨਿਸਬਾਸੁਰ ਆਰਾਧਕਾਰਾ, ਤੁਝੈ ਨਾ ਵਿਆਪਈ, ਨਾਨਕ ਮਿਟੈ ਉਪਾਤ। ਪ੍ਰਭਾਤ ਲਫ਼ਜ਼ ਬਾਣੀ 'ਚ ਬਹੁਤ ਵਾਰੀ ਆਇਆ, ਜਾਂ ਅਸੀਂ ਜਪ ਵਿੱਚ ਪੜ੍ਹੀਏ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਬਾਣੀ ਦੇ ਵਿੱਚ ਇਸ ਤੋਂ ਅਲੱਗਾ ਬਹੁਤ ਲਫ਼ਜ਼ ਨੇ। ਪਹਿਲਾ ਪੈਰਾ ਫੁੱਲੜਾ, ਫਲ ਵੀ ਪੱਛਾ ਰਾਤ, ਜੋ ਜਾਗਨ ਲਹੰਸੇ, ਸਾਈਂ ਕੰਨੋ ਦਾਤ। ਰਾਤੀ ਜਿਹੜਾ ਬੀਜ ਬੋਇਆ ਸਵੇਰੇ ਉਹ ਫੁੱਲ ਤੇ ਫਲ ਰੂਪ ਦੇ ਵਿੱਚ ਪ੍ਰਗਟ ਹੁੰਦਾ ਹੈ। ਤੇ ਉਹ ਸੱਚੇ ਪਾਤਸ਼ਾਹ ਕਹਿੰਦੇ ਆ ਦਖਣੇ ਮਹੱਲਾ ਪੰਜਵਾਂ, ਪ੍ਰਭਾਤੇ ਪ੍ਰਭ ਨਾਮ ਜਪ, ਗੁਰ ਕੇ ਚਰਨ ਧਿਆਏ। ਇਸ ਵੇਲੇ ਨੂੰ ਸਾਮ ਪ੍ਰਭੂ ਦੇ ਨਾਮ ਨੂੰ ਚੇਤੇ ਕਰ, ਜਨਮ ਮਰਨ ਮਲ ਉਤਰੈ, ਸੱਚੇ ਕੇ ਗੁਣ ਗਾਏ। ਗੁਣ ਭਾਵੇਂ ਤੂੰ ਸਾਰੇ ਦਿਨ ਗਾ, ਭਾਵੇਂ ਦਿਨ ਰਾਤੀ ਗਾ, ਪਰ ਜਿਹੜਾ ਇਹ ਵੇਲਾ ਸੱਚਾ ਪਾਤਸ਼ਾਹ ਕਹਿੰਦਾ ਪਵਿੱਤਰ ਹੈ, ਇਹ ਜਨਮ ਮਰਨ ਦੀ ਮੈਲ ਨੂੰ ਧੋ ਦਿੰਦਾ। ਜਿਹੜਾ ਕੋਈ ਬਿਰਲਾ ਇਸ ਵੇਲੇ ਜਪਦਾ ਹੈ ਜੀ। ਪਹਿਲਾ ਪੰਜਵਾ, ਦੇਹ ਅੰਧਾਰੀ ਅੰਧ, ਸੁਣੀ ਨਾਮ ਵਿਹੂਣੀਆਂ, ਨਾਨਕ ਸਫਲ ਜਨਮ, ਜੈ ਕਟ ਬੁੱਠਾ ਸੱਚ ਧਣੀ। ਦੇਹ ਅੰਧਾਰੀ ਅੰਧ, ਸੁਣੀ ਨਾਮ ਵਿਹੂਣੀਆਂ। ਮਹਲਾ ਪੰਜਵਾਂ। ਦੇਹ ਖਾਲੀ ਹੈ, ਸੁਣੀ ਹੈ ਨਾਮ ਤੋਂ ਬਿਨਾ। ਉੱਥੇ ਸੁੱਖ ਨਹੀਂ ਹੈ ਜਿਸ ਦੇਹ ਦੇ ਅੰਦਰ ਪ੍ਰਭੂ ਦਾ ਨਾਮ ਨਹੀਂ ਵਸਿਆ। ਸੁਣੀ ਨਾਮ ਵਿਹੂਣੀਆਂ, ਨਾਮ ਤੋਂ ਬਿਨਾ। ਸੱਚੇ ਪਾਤਸ਼ਾਹ ਕਹਿੰਦੇ ਇਹ ਭਾਂਡਾ ਖੋਖਲਾ ਹੈ। ਸੱਜਣ ਸਹੀ ਨਾਲ ਮੈਂ, ਚਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ, ਤਿੱਥੈ ਖੜੇ ਦਿਸਨ। ਜਿਹਦੇ ਅੰਦਰ ਸੱਚ ਨਾਮ ਟਿਕ ਗਿਆ ਉਹ ਭਾਂਡਾ ਸਬਰ ਸੰਤੋਖ ਵਿੱਚ ਟਿਕ ਜਾਂਦਾ ਹੈ। ਜਿਹੜਾ ਭਾਂਡਾ ਖਾਲੀ ਹੈ ਨਾਮ ਤੋਂ ਬਿਨਾ, ਸਿਮਰਨ ਤੋਂ ਬਿਨਾ, ਉਹ ਵਿਹੂਣੀਆਂ, ਉਹ ਬਖਸ਼ਿਸ਼ ਤੋਂ ਵਾਂਝਾ ਹੈ। ਨਾਨਕ ਸਫਲ ਜਨਮ, ਜੈ ਘਟ ਉਠਾ ਸੱਚ ਧਣੀ। ਉਹਨਾਂ ਗੁਰਸਿੱਖਾਂ ਨੂੰ ਨਮਸਕਾਰ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦੀ ਬੰਦਗੀ ਇਬਾਦਤ ਦਾ ਸੱਚ ਵਰਤ ਰਿਹਾ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਗਿਆ, ਉਹ ਸੱਚੇ ਧਣੀ ਨੇ। ਉਹ ਬੇਸ਼ਕੀਮਤੀ ਇਸ ਜੀਵਨ ਨੂੰ ਬਤੀਤ ਕਰ ਰਹੇ ਨੇ, ਜਿਨ੍ਹਾਂ ਨੇ ਪਾਰ ਬ੍ਰਹਮ ਪਰਮੇਸ਼ਵਰ ਨੂੰ ਹਿਰਦੇ 'ਚ ਵਸਾਇਆ ਹੈ ਜੀ। ਮਹਿਲਾ ਪੰਜਵਾ, ਲੋਹਿਣ ਲੋਹੀ ਡਿਠ, ਪਿਆਸ ਨਾ ਬੁਝੈ ਮੂੰਹ ਘੜੀ, ਨਾਨਕ ਸੇ ਅਖਣੀਆਂ ਬਿਆਨ, ਜਿਨੇ ਦਿਸੰਦੋ ਮਾਪੀਰੀ। ਪਰ ਇਹ ਖਾਲੀ ਦੇਹ ਦਾ ਭਾਵ ਕੀ ਹੈ? ਮਹਾਰਾਜ ਕਹਿੰਦੇ ਆ ਜਿਸ ਘਰ ਦੇ ਅੰਦਰ ਕੋਈ ਨਹੀਂ ਜਾਂਦਾ ਨਾ, ਜਿਹੜਾ ਬੰਦਾ ਆਪਣੇ ਘਰ 'ਚ ਹੀ ਨਹੀਂ ਜਾਂਦਾ ਤੇ ਫਿਰ ਕੋਈ ਬੇਗਾਨਾ ਵੀ ਉਸ ਘਰ ਦੇ ਵਿੱਚ ਨਹੀਂ ਵੜਦਾ। ਸਮਝਿਓ ਇਸ ਗੱਲ ਨੂੰ। ਇਹ ਸਾਡਾ ਆਪਣਾ ਘਰ ਹੈ, ਅਸੀਂ ਬੇਗਾਨੇ ਘਰ ਤੁਰੇ ਫਿਰਦੇ ਹਾਂ।
ਦੂਜਿਆਂ ਦੇ ਘਰ ਤੱਕ ਝਾਕਦੇ ਫਿਰਦੇ। ਪਰ ਮਹਾਰਾਜ ਕਹਿੰਦੇ ਇਹਦੀ ਦਰਵਾਨੀ ਕੋਈ ਨਹੀਂ ਕਰਦਾ। ਦਿਲ ਦਰਵਾਨੀ ਜੋ ਕਰੇ ਦਰਵੇਸ਼ੀ ਦਿਲ ਰਾਸ। ਕੋਈ ਬਿਰਲਾ ਹੈ ਇੱਥੇ ਦਰਵੇਸ਼ੀ ਕਰਦਾ, ਦਰਵੇਸ਼ੀ ਕਮਾਉਂਦਾ। ਜਿਸ ਦਰਵੇਸ਼ੀ ਨੂੰ ਕਿਹਾ ਹੈ ਫਰੀਦਾ ਦਿਲ ਰੱਤਾ ਇਸ ਦੁਨੀ ਸਿਓ, ਦੁਨੀ ਨਾ ਕੀਤਾ ਕੰਮ, ਮਿਸਲ ਫਕੀਰਾਂ ਗਾਖੜੀ ਸੋ ਪਾਈਐ ਪੂਰ ਕਰਮ। ਆਪਣੇ ਕੋਲ ਬਹਿਣਾ, ਸਵੇਰੇ ਵੀ ਦਾਸ ਨੇ ਬੇਨਤੀ ਕੀਤੀ ਸੀ, ਬੰਦਾ ਬੰਦੇ ਨਾਲ 10-10 ਘੰਟੇ ਬਹਿ ਸਕਦਾ, ਪਰ ਜਦ ਆਪਣੇ ਨਾਲ ਬਹਿਣਾ ਪੈਂਦਾ ਹੈ ਤੇ 10 ਮਿੰਟਾਂ ਬਾਅਦ ਇਹਨੂੰ ਮੁਸੀਬਤ ਪੈ ਜਾਂਦੀ ਹੈ। ਕਹਿੰਦਾ ਨਹੀਂ ਮੈਂ ਇਕੱਲਾ ਨਹੀਂ ਬਹਿ ਸਕਦਾ। ਬੰਦਿਆਂ ਨੇ ਫਿਰ ਇਹ ਗੱਲ ਵੀ ਬਣਾਤੀ ਬਈ ਰੱਬ ਵੀ ਥੋੜੀ ਇਕੱਲਾ ਹੈ। ਆਹ ਵੀ ਗੱਲ, ਰੱਬ ਵੀ ਇਕੱਲਾ ਨਹੀਂ ਬਹਿ ਸਕਦਾ। ਸੱਚੀ ਗੱਲ ਹੈ ਕਿ ਬੰਦਾ ਆਪਣੇ ਨਾਲ ਨਹੀਂ ਬਹਿ ਸਕਦਾ। ਤੇ ਮਹਾਰਾਜ ਕਹਿੰਦੇ ਜੇ ਬੰਦਾ ਆਪਣੇ ਨਾਲ ਥੋੜਾ ਚਿਰ ਬਹਿ ਜਾਏ, ਆਪਣੇ ਦੀ ਪਛਾਣ ਕਰ ਲੇ, ਉਹਨੂੰ ਆਪਣੇ ਦੀ ਪਛਾਣ ਤੋਂ ਰੱਬ ਦੀ ਪਛਾਣ ਹੁੰਦੀ ਹੈ, ਪ੍ਰਭੂ ਦੀ ਪਛਾਣ ਹੁੰਦੀ ਹੈ। ਤੇ ਜਿਹਨੇ ਆਪਣੀ ਪਛਾਣ ਕਰ ਲਈ ਫਿਰ ਰੱਬ ਨੇ ਉਹਦੀ 3 ਲੋਕਾਂ ਦੇ ਵਿੱਚ ਪਛਾਣ ਕਰਾ ਦੇਣੀ। ਪਰ ਹੈ ਔਖਾ ਕੰਮ। ਇਹ ਦਿਸਦੀਆਂ ਅੱਖਾਂ ਨਹੀਂ ਰੱਬ ਦੇਖਣਗੀਆਂ। ਉਹ ਅੱਖਾਂ ਹੀ ਵੱਖਰੀਆਂ ਨੇ ਜਿਨ੍ਹਾਂ ਨੇ ਅੰਦਰ ਦੀ ਖੋਜ ਕਰਨੀ। ਉਹ ਅੱਖਾਂ ਹੀ ਵੱਖਰੀਆਂ ਨੇ ਔਰ ਉਹਨਾਂ ਅੱਖਾਂ ਦਾ ਤਪ ਤੇਜ ਨਹੀਂ ਬਰਦਾਸ਼ਤ ਕੀਤਾ ਜਾ ਸਕਦਾ। ਕਿਉਂਕਿ ਇਹ ਸੰਤ ਅਤਰ ਸਿੰਘ ਜੀ ਦੀ ਜੀਵਨੀ ਜਦ ਅਸੀਂ ਪੜ੍ਹੀਏ ਉਹਦੇ ਵਿੱਚ ਇਹ ਜ਼ਿਕਰ ਹੈ ਕਿ ਜਿਸ ਵੇਲੇ ਸੰਤ ਕਰਮ ਸਿੰਘ ਹੋਰਾਂ ਨੇ ਰਾਵਲਪਿੰਡੀ ਦੀ ਧਰਤੀ ਤੇ ਦੋਨੋਂ ਇੱਕ ਦੂਸਰੇ ਦੇ ਮੁਖਾਤਿਬ ਹੋਏ ਤੇ ਬਚਨ ਕੋਈ ਨਹੀਂ ਕੀਤਾ, ਨਾ ਸੰਤ ਅਤਰ ਸਿੰਘ ਨੇ ਕੀਤਾ ਨਾ ਕਰਮ ਸਿੰਘ ਨੇ ਕੀਤਾ। ਪਰ ਉਸ ਵੇਲੇ ਤੇਜਾ ਸਿੰਘ ਲਿਖਦੇ ਨੇ, ਕਹਿੰਦੇ ਕਿ ਸੰਗਤਾਂ ਨੇ ਦੱਸਿਆ ਕਿ ਇਹਨਾਂ ਦੋਨਾਂ ਦੀਆਂ ਅੱਖਾਂ, ਇਹਨਾਂ ਸਾਧ ਜਨਾਂ ਦੀਆਂ ਅੱਖਾਂ 'ਚ ਖਿੱਚ ਹੀ ਵੱਖਰੀ ਸੀ, ਕਿਉਂਕਿ ਉਹ ਅੰਦਰ ਦੇ ਸਫ਼ਰ ਦੀ ਤਾਂਘ ਸੀ। ਉਹਨਾਂ ਦੀਆਂ ਅੱਖਾਂ ਸੱਚੀ ਮੁੱਚੀ ਸਾਗਰ ਦੀ ਤਰ੍ਹਾਂ ਡੂੰਘੀਆਂ ਹੋ ਜਾਂਦੀਆਂ ਨੇ, ਕਿਸੇ ਵਿਸ਼ਾਲ ਵਿਸਮਾਦਤਾ ਦੀ ਉਹ ਅਣਕਹੀ ਅਣਕਥੀ ਅਕਥ ਕਥਾ ਨੂੰ ਲਈ ਫਿਰਦੀਆਂ ਨੇ। ਉਹਨਾਂ ਦੀਆਂ ਅੱਖਾਂ ਨੂੰ ਮਹਾਰਾਜ ਕਹਿੰਦੇ ਲੋਇਣ ਲੋਈ ਡਿੱਠ ਪਿਆਸ ਨਾ ਬੁੱਝੈ ਮੂੰਹ ਘਣੀ। ਕੋਈ ਐਸਾ ਮੈਨੂੰ ਦੱਸੋ ਬੰਦਾ ਜਿਹਨੇ ਸਾਰਾ ਸੰਸਾਰ ਦੇਖ ਲਿਆ ਹੋਵੇ ਤੇ ਉਹ ਕਹੇ ਕਿ ਮੈਂ ਰੱਜ ਗਿਆ, ਕਿ ਮੈਂ ਹੁਣ ਤ੍ਰਿਪਤ ਹੋ ਗਿਆ। ਨਹੀਂ, ਜਿੰਨਾ ਮਰਜ਼ੀ ਇਹਨਾਂ ਅੱਖਾਂ ਨੂੰ ਬਾਹਰੋਂ ਦੇਖੋ, ਦਿਖਾਓ ਸੰਸਾਰ, ਇਹ ਅੱਖਾਂ, ਇਹ ਲੋਇਣ, ਇਹਦੀ ਪਿਆਸ ਨਹੀਂ ਬੁਝਣੀ। ਇਹਨੇ ਸਦਾ ਹੀ ਹੋਰ ਕੁਛ ਹੋਰ ਵਿਕਾਰਾਂ ਵਾਸਤੇ ਭੱਜ ਦੌੜ ਰੱਖਣੀ ਹੈ। ਪਰ ਸਾਹਿਬ ਜੀ ਦਾ ਬਚਨ ਨਾਨਕ ਸੇ ਅੱਖਣੀਆਂ ਬਿਆਨ ਜਿਨੀ ਦਿਸੰਦੋ ਮਾਂ ਪਿਰੀ। ਉਹ ਅੱਖਾਂ ਹੋਰ ਨੇ ਜਿਨ੍ਹਾਂ ਨੇ ਰੱਬ ਦੇ ਦੀਦਾਰ ਪਾਉਣੇ। ਉਹਨਾਂ ਅੱਖਾਂ ਦੇ ਵਿੱਚ ਰੱਜ ਹੈ, ਵਾਸ਼ਨਾ ਨਹੀਂ ਉਹਨਾਂ ਦੀਆਂ ਅੱਖਾਂ 'ਚ। ਉਹਨਾਂ ਦੀਆਂ ਅੱਖਾਂ 'ਚ ਕੁਛ ਡੂੰਘਿਆਈ ਹੈ। ਸੋ ਇਹਨਾਂ ਅੱਖਾਂ ਦਾ ਜਾਂ ਇਸ ਜੀਵਨ ਦਾ ਜ਼ਿਕਰ ਸਤਿਗੁਰ ਜੀ ਪੌੜੀ ਦੇ ਵਿੱਚ ਕਰਦੇ। ਸਰਵਣ ਕਰੋ ਜੀ। ਪੌੜੀ ਜਿਨ ਜਨ ਗੁਰਮੁਖ ਸੇਵਿਆ ਤਿਨ ਸਭ ਸੁਖ ਪਾਈ। ਉਹ ਆਪ ਤਰਿਆ ਕੁਟੰਬ ਸਿਉ ਸਭ ਜਗਤ ਤਰਾਈ। ਜਿਨ ਜਨ ਗੁਰਮੁਖ ਸੇਵਿਆ, ਗੁਰੂ ਦੇ ਸਨਮੁਖ ਬੈਠ ਕੇ ਜਿਨ੍ਹਾਂ ਨੇ ਚੇਤੇ ਕੀਤਾ, ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਉਹਨਾਂ ਨੇ ਆਨੰਦ ਮਾਣਿਆ। ਤਿੰਨ ਸਭ ਸੁਖ ਪਾਈ, ਜਿਨ ਤੇ ਤਿੰਨ ਦੋਨਾਂ ਦੇ ਨੰਨੇ ਤੇ ਸਿਹਾਰੀ ਹੈ। ਜਿਨ੍ਹਾਂ ਗੁਰਸਿੱਖਾਂ ਨੇ, ਪਿਆਰ ਵਾਲਿਆਂ ਨੇ ਪ੍ਰਭੂ ਨੂੰ ਗੁਰੂ ਦੇ ਸਨਮੁਖ ਚੇਤੇ ਕੀਤਾ, ਉਹਨਾਂ ਨੂੰ ਸੁਖ ਪ੍ਰਾਪਤ ਹੋਇਆ ਹੈ। ਉਹ ਆਪ ਤਰਿਆ ਕੁਟੰਬ ਸਿਉ ਸਭ ਜਗਤ ਤਰਾਈ। ਐਸੇ ਜਨ ਵਿਰਲੇ ਨੇ ਸੰਸਾਰ 'ਚ ਜਿਨ੍ਹਾਂ ਨੇ ਆਪ ਵੀ ਜਪਿਆ, ਜਿਨ੍ਹਾਂ ਨੇ ਸਾਰੇ ਕੁਟੰਬ ਸਾਰੀ ਕੁਲ ਨੂੰ ਤਾਰਿਆ ਹੈ ਜੀ। ਓਨ ਹਰ ਨਾਮਾ ਤਨ ਸੰਚਿਆ ਸਭ ਤਿਖਾ 부ਝਾਈ। ਓਨ ਛੱਡੇ ਲਾਲਚ ਦੁਨੀ ਕੇ ਅੰਤਰ ਲੇਵ ਲਾਈ। ਇਹ ਅੱਖਾਂ ਹੀ, ਇਹ ਪਰਸਨੈਲਿਟੀ ਹੋਰ ਹੈ ਕੁਛ, ਇਹ ਅੰਦਰ ਦੀ ਖੇਡ ਹੀ ਕੁਝ ਹੋਰ ਹੈ ਜਿਹਨੇ ਪ੍ਰਭੂ ਦੀ ਪ੍ਰਾਪਤੀ ਕਰਨੀ। ਇਹ ਨਹੀਂ ਕਿ ਕੋਈ ਵੱਖਰੇ ਥਾਂ ਤੋਂ ਉਤਰਨਗੇ ਉਹ ਪਿਆਰੇ, ਉਹ ਆਪ ਹੀ ਆਪਾਂ ਤੁਹਾਡੇ ਵਿੱਚ ਹੀ ਨੇ ਉਹ ਪਿਆਰੇ, ਕਿ ਉਹਨਾਂ ਦਾ ਮਨ ਜਿਹੜਾ ਪ੍ਰਭੂ ਵੱਲ ਹੋਰ ਜੁੜਦਾ ਹੈ ਤੇ ਸੰਸਾਰ ਵੱਲ ਥੋੜ ਟੁੱਟਦਾ ਹੈ। ਇਹ ਸਾਹਿਬ ਜੀ ਕਹਿੰਦੇ ਆ ਕਿ ਉਹਨਾਂ ਦੇ ਅੰਦਰ ਨਾਮ ਧਨ ਦਾ ਵਪਾਰ ਸ਼ੁਰੂ ਹੁੰਦਾ ਹੈ। ਉਹਨਾਂ ਹਰ ਨਾਮਾ ਧਨ ਸੰਚਿਆ ਸਭ ਤਿਖਾ 부ਝਾਈ। ਤ੍ਰਿਸ਼ਨਾ ਬੁਝਦੀ ਹੈ ਅੰਦਰ ਦੀ। ਓਨ ਛੱਡੇ ਲਾਲਚ ਦੁਨੀ ਕੇ ਅੰਤਰ ਲਿਵ ਲਾਈ। ਹੌਲੀ ਹੌਲੀ ਉਹਨਾਂ ਦੇ ਅੰਦਰ ਪ੍ਰੇਮ ਦੀ ਲਿਵ ਲੱਗਦੀ ਹੈ। ਉਹ ਆਪਣੇ ਨੇੜੇ ਆਉਣਾ ਸ਼ੁਰੂ ਕਰਦੇ ਨੇ, ਉਹ ਧਿਆਨ ਵਿੱਚ ਜੁੜਦੇ ਨੇ ਜੀ। ਉਸ ਸਦਾ ਸਦਾ ਘਰ ਆਨੰਦ ਹੈ ਹਰ ਸਖਾ ਸਹਾਈ।
ਓਨ ਵੈਰੀ ਮਿੱਤਰ ਸਮ ਕੀਤਿਆਂ ਸਭ ਨਾਲ ਸੁਭਾਈ। ਅੱਛਾ, ਫਿਰ ਉਹਨਾਂ ਦਾ ਜੀਵਨ ਬਾਹਰੋਂ ਵੀ ਪ੍ਰਗਟ ਹੈ। ਇੱਕ ਤੇ ਉਹਨਾਂ ਦੇ ਹਿਰਦੇ ਵਿੱਚ ਸੁਖ ਹੈ, ਆਨੰਦ ਹੈ, ਮਿੱਠ ਬੋਲੜਾ ਸੁਭਾਅ ਹੈ, ਨਿਵਣ ਸੋ ਅੱਖਰ ਖਮਣ ਗੁਣ ਜੇਵਾ ਮਣੀਆਂ ਮੰਤ ਨੇ। ਸਹਿਜ ਹੈ ਉਹਨਾਂ ਦੇ ਜੀਵਨ ਵਿੱਚ, ਆਨੰਦ ਹੈ, ਹਰ ਸਖਾ ਸਹਾਈ, ਕਿਉਂਕਿ ਪ੍ਰਭੂ ਉਹਨਾਂ ਦਾ ਮਿੱਤਰ ਬਣ ਗਿਆ। ਓਨ ਵੈਰੀ ਮਿੱਤਰ ਸਮ ਕੀਤਿਆਂ ਸਭ ਨਾਲ ਸੁਭਾਈ, ਸਾਰਿਆਂ ਦੇ ਨਾਲ ਪ੍ਰੇਮ ਵਾਲਾ ਸੁਭਾਅ ਹੈ। ਤੇ ਵੈਰੀ ਮਿੱਤਰ ਉਹਨਾਂ ਨੂੰ ਸਮ ਦ੍ਰਿਸ਼ਟੀ ਲੱਗਦੇ ਨੇ, ਕਿਸੇ ਨਾਲ ਵੈਰ ਨਹੀਂ ਤੇ ਕਿਸੇ ਨਾਲ ਸਾਂਝੀ ਕੋਈ ਡੂੰਗੀ ਸਾਂਝ ਨਹੀਂ ਜੀ। ਹੋਆ ਉਹੀ ਅਲ ਜਗ ਮਹਿ ਗੁਰ ਗਿਆਨ ਜਪਾਈ, ਪੂਰਬ ਲਿਖਿਆ ਪਾਇਆ ਹਰ ਸਿਉ ਬਣ ਆਈ। ਹੋਆ ਉਹੀ ਅਲ ਜਗ ਮਹਿ, ਵੈਸੇ ਉਹੀ ਅਲ ਲਫ਼ਜ਼ ਇਕੱਠਾ ਹੈ ਕੋਸ਼ਗਤ। ਇਹ ਜਦ ਦੇਖਿਆ, ਅਲ ਤੇ ਆਪਣੇ ਆਪ ਵਿੱਚ ਕੋਈ ਅਰਥ ਨਹੀਂ ਰੱਖਦਾ, ਉਹੀ ਅਲ ਲਫ਼ਜ਼ ਹੈ। ਹੋਆ ਉਹੀ ਅਲ, ਉਹੀ ਅਲ ਦਾ ਮਤਲਬ ਹੈ ਮਸ਼ਹੂਰ ਤੋਂ ਮਸ਼ਹੂਰ, ਵੱਡੇ ਤੋਂ ਵੱਡਾ, ਪ੍ਰਗਟ ਤੋਂ ਪ੍ਰਗਟ। ਐ ਆਲਮ ਫਾਜ਼ਲ ਉਹ ਬੰਦਾ ਹੋ ਗਿਆ ਸੰਸਾਰ ਵਿੱਚ, ਜਗਤ ਵਿੱਚ ਉਹਦੀ ਜੈ ਜੈਕਾਰ ਹੋ ਗਈ। ਹੋਆ ਉਹੀ ਅਲ ਜਗ ਮੈਂ ਗੁਰ ਗਿਆਨ ਜਪਾਈ, ਜਿਹਨੇ ਗੁਰੂ ਤੋਂ ਲਿਆ ਹੋਇਆ ਗਿਆਨ ਦਾ ਜਾਪ ਕੀਤਾ, ਪੂਰਬ ਲਿਖਿਆ ਪਾਇਆ ਹਰ ਸਿਉ ਬਣਾਈ। ਉਹਦੀ ਗਤਮਿਤ ਸਾਰੀ ਪ੍ਰਭੂ ਜਾਣਦੇ ਨੇ। ਉਹ ਸਮਝਦਾ ਕਿ ਇਹ ਪ੍ਰਭੂ ਅੰਦਰ ਦੀ ਬਿਦ ਜਾਣਨ ਵਾਲੇ ਨੇ, ਉਸ ਤੋਂ ਕੁਛ ਲੁਕਵਾ ਨਹੀਂ ਹੈ। ਇਸ ਰੂਪ ਦੇ ਵਿੱਚ ਪੂਰਬਲੇ ਕੀਤੇ ਹੋਏ ਬੰਦਗੀ ਦੇ ਗੁਣ ਵੀ ਪ੍ਰਗਟ ਹੁੰਦੇ ਹੈ, ਪ੍ਰਭੂ ਨਾਲ ਖੇਡ ਬਣਦੀ ਹੈ। ਕਿਉਂਕਿ ਭਗਤ ਇਹ ਕਹਿੰਦੇ ਹੈ ਕਿ ਇਸ ਜਨਮ ਦੀ ਕਮਾਈ ਕਦੀ ਵੀ ਰੱਬ ਦੀ ਪ੍ਰਾਪਤੀ ਨਹੀਂ ਕਰਾ ਸਕਦੀ, ਇਹ ਤੇ ਪੂਰਬਲੇ ਕਈ ਜਨਮਾਂ ਦੀ ਕਮਾਈ ਹੈ, ਜਿਸ ਕਮਾਈ ਦੇ ਸਦਕੇ ਪ੍ਰਭੂ ਦੇ ਦੀਦਾਰ ਹੁੰਦੇ ਨੇ ਜੀ। ਦਖਣੇ ਮਹਿਲਾ ਪੰਜਵਾ ਸੱਚ ਸੁਹਾਵਾ ਕਾਢੀਐ, ਕੂੜੈ ਕੂੜੀ ਸੋਏ ਨਾਨਕ ਵਿਰਲੇ ਜਾਣੀਐ, ਜਿਨ ਸੱਚ ਪੱਲੇ ਹੋਏ। ਜਿਨ੍ਹਾਂ ਦੇ ਸੱਚ ਪੱਲੇ ਨੇ ਉਹ ਗਾਲੜੀ ਨਹੀਂ ਹੁੰਦੇ, ਉਹ ਚੁੱਪ ਹੋ ਜਾਂਦੇ ਨੇ। ਗਾਲੜੀ ਉਹ ਨੇ ਜਿਨ੍ਹਾਂ ਦੇ ਉੱਤੇ ਮਾਇਕ ਪ੍ਰਭਾਵ ਹੈ। ਮੇਰਾ ਵੀ ਹਾਲ ਹੈ, ਇਹ ਸਾਡਾ ਵੀ ਹਾਲ ਹੈ। ਪਰ ਕਰੀਏ ਕਿ ਹੁਣ ਸਤਿਗੁਰ ਤੇ ਉਪਦੇਸ਼ ਕਰ ਰਹੇ ਨੇ ਨਾ, ਕੱਲੇ ਹੁਣ ਪੜ੍ਹ ਸੁਣ ਕੇ ਵਿਚਾਰ ਕੇ ਇਹ ਗੱਲ ਥੋੜੀ ਹੈ, ਗੱਲ ਤੇ ਕਮਾਈ ਨਾਲ ਹੈ। ਮਹਾਰਾਜ ਜੀ ਕਿਰਪਾ ਕਰਨ ਇਸ ਬਾਤਾਂ ਨੂੰ ਅਸੀਂ ਕਮਾ ਸਕੀਏ। ਦਖਣੇ ਮਹੱਲਾ ਪੰਜਵਾਂ ਸੱਚ ਸੁਹਾਵਾ ਕਾਂਢੀ ਹੈ। ਕਾਂਢੀ ਹੈ ਲਫ਼ਜ਼, ਇਹ ਸ਼ਾਬਾਸ਼ ਕਰਕੇ ਪ੍ਰਗਟ ਕਰਨ ਵਾਲਾ ਹੈ ਕਿ ਜਿਹਨੂੰ ਸੱਚ ਦੀ ਪ੍ਰਾਪਤੀ ਦੀ ਭੁੱਖ ਲੱਗ ਗਈ ਨਾ, ਉਹਦਾ ਜੀਵਨ ਸੁਖਾਵਾਂ ਹੋ ਜਾਏਗਾ, ਸੁਖ ਭਰਿਆ ਹੋ ਜਾਏਗਾ ਤੇ ਉਹ ਆਨੰਦ ਮਾਣੇਗਾ, ਉਹ ਟਿਕ ਜਾਏਗਾ। ਕੂੜਾ ਕੂੜੀ ਸੋਏ, ਤੇ ਜਿਹੜਾ ਕੂੜ ਦਾ ਵਪਾਰੀ ਹੋਏਗਾ, ਕੱਲਾ ਜੀਵਨ ਸਿਰਫ ਮਾਇਕ ਪਿੱਛੇ ਹੀ ਆਪਣਾ ਜੀਵਨ ਦਾ ਦਾਇਰਾ ਉਹਨਾਂ ਰੱਖੇਗਾ, ਮਹਾਰਾਜ ਕਹਿੰਦੇ ਹੈ ਫਿਰ ਉਹਦਾ ਜੀਵਨ ਕੂੜ ਦੇ ਵਿੱਚ ਹੀ ਭਰਿਆ ਜਾਏਗਾ। ਕਿਉਂਕਿ ਕੂੜ ਮੀਆਂ ਕੂੜ ਬੀਵੀ ਖੱਪ ਹੋਏ ਖਾਰ, ਕੂੜ ਕੂੜਾ ਨੇਹੋਂ ਲੱਗਾ ਵਿਸਰਿਆ ਕਰਤਾਰ। ਇਹ ਕਰਤਾਰ ਦਾ ਵਿਸਰ ਜਾਣਾ, ਮਹਾਰਾਜ ਜੀ ਕਹਿੰਦੇ ਹੈ ਇਹ ਕੂੜੀ ਸੋਏ ਨਾਨਕ ਵਿਰਲੇ ਜਾਣੀਏ, ਜਿਨ ਸੱਚ ਪੱਲੇ ਹੋਏ। ਉਹ ਵਿਰਲੇ ਨੇ ਜਿਨ੍ਹਾਂ ਦੇ ਹਿਰਦੇ 'ਚ ਸੱਚ ਨੇ, ਉਹਨਾਂ ਦੀਆਂ ਬਾਤਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ। ਮੰਨੇ ਕਾ ਬਹਿ ਕਰਨ ਵਿਚਾਰ, ਕੋਈ ਨਹੀਂ ਵਿਚਾਰ ਕਰ ਸਕਦਾ। ਉਹ ਵਿਰਲੇ ਨੇ ਜਿਨ੍ਹਾਂ ਦੇ ਪੱਲੇ ਸੱਚ ਹੈ ਜੀ। ਮਹਿਲਾ ਪੰਜਵਾ ਸੱਜਣ ਮੁਖ ਅਨੂਪ, ਅਠੇ ਪੈਰ ਨਿਹਾਲ ਸਾ, ਸੁਤੜੀ ਸੋ ਸ਼ਹੁ ਡਿਠ, ਤੈ ਸੁਪਨੇ ਹਉ ਖੰਨੀਐ। ਹੁਣ ਮਹਾਰਾਜ ਜੀ ਕਹਿੰਦੇ ਇੱਕ ਤੇ ਅੱਖਾਂ ਖੋਲ ਕੇ ਜੀਵਨ ਬਤੀਤ ਕਰਕੇ ਰੱਬ ਦਾ ਸਿਮਰਨ ਕਰਨਾ, ਇੱਕ ਡੂੰਘੀ ਨੀਂਦ ਵਿੱਚ ਜਾ ਕੇ ਕਿਥੇ ਰੱਬ ਨੂੰ ਚੇਤੇ ਕਰਨਾ, ਬੜਾ ਫਰਕ ਹੈ। ਕੌਨਸ਼ੀਅਸ ਅਵਸਥਾ ਦੇ ਵਿੱਚ ਹਰ ਕੋਈ ਚੇਤੇ ਕਰ ਸਕਦਾ ਹੈ, ਸੁੱਖ ਹੈ। ਬੰਦਾ ਭਾਵੇਂ ਚਲੋ ਅੱਜ 'ਚ ਗੁਟਕਾ ਫੜਿਆ, ਮਨ ਕਿੱਥੇ ਵੀ ਹੈ, ਪਰ ਸਬ ਕੌਨਸ਼ੀਅਸ ਅਵਸਥਾ ਦੇ ਵਿੱਚ ਨਾਮ ਵਸ ਜਾਣਾ, ਸਾਰੀ ਕਮਾਈ ਇੱਥੇ ਹੀ ਹੈ, ਸਾਰੀ ਕੰਸਨਟ੍ਰੇਸ਼ਨ ਗੁਰਬਾਣੀ ਦੀ ਇੱਥੇ ਹੀ ਹੈ ਕਿ ਨਾਮ ਕੌਨਸ਼ੀਅਸ ਤੋਂ ਸਾਡਾ ਸਬ ਕੌਨਸ਼ੀਅਸ ਵਿੱਚ ਚਲਾ ਜਾਏ। ਸਬ ਕੌਨਸ਼ੀਅਸ ਦਾ ਮਤਲਬ ਇਹ ਹੈ ਕਿ ਸੰਸਾਰ ਵਿੱਚ ਅਸੀਂ ਜਿਹੜਾ ਕੁਝ ਦੇਖਦੇ ਹਾਂ ਨਾ, ਇਹ ਸਾਰਾ ਕੁਝ ਸਾਨੂੰ ਚੇਤੇ ਨਹੀਂ ਰਹਿੰਦਾ, ਇਹ ਸਾਡੇ ਸਬ ਕੌਨਸ਼ੀਅਸ 'ਚ ਚਲਾ ਜਾਂਦਾ ਹੈ। ਜਦ ਸਾਨੂੰ ਲੋੜ ਪੈਂਦੀ ਹੈ, ਸਾਡਾ ਸਬ ਕੌਨਸ਼ੀਅਸ ਮਾਈਂਡ ਸਾਡੇ ਕੌਨਸ਼ੀਅਸ ਮਾਈਂਡ ਨੂੰ ਭੇਜ ਦਿੰਦਾ ਕਿ ਇਹਦੇ ਬਾਰੇ ਤੂੰ ਚੇਤਾ ਕਰਨ ਦੀ ਕੋਸ਼ਿਸ਼ ਕਰ ਰਿਹਾ। ਤੇ ਇਹ ਸੀ, ਕਈ ਵਾਰੀ ਸਾਨੂੰ ਸੜਕ ਤੇ ਜਾਂਦਾ ਬੰਦਾ ਦਿਸਦਾ, ਪਤਾ ਲੱਗਦਾ ਇਹਦਾ ਨਾਮ ਮੈਨੂੰ ਪਤਾ ਹੈ,
ਪਰ ਮੈਨੂੰ ਨਾਮ ਯਾਦ ਨਹੀਂ ਆ ਰਿਹਾ। ਮੈਨੂੰ ਪਤਾ ਹੈ ਨਾਮ ਇਹਦਾ ਕੀ ਸੀ, ਪਤਾ ਨਹੀਂ। ਔਰ ਜਦ ਇਹ ਖਿਆਲ ਅੰਦਰ ਕੌਨਸ਼ੀਅਸ ਨੇ ਸਬ ਕੌਨਸ਼ੀਅਸ ਨੂੰ ਭੇਜਤਾ, ਫਿਰ ਸਬ ਕੌਨਸ਼ੀਅਸ ਉਹਨੂੰ ਟੋਲ ਕੇ ਇਹਦਾ ਜ਼ਿਕਰ ਸਿਗਮੰਡ ਫਰਾਇਡ ਨੇ ਕੀਤਾ ਹੈ। ਔਰ ਇਹਦਾ ਜ਼ਿਕਰ ਜਸਵੰਤ ਸਿੰਘ ਨੇਕੀ ਹੋਰਾਂ ਨੇ ਕੀਤਾ ਹੈ। ਉਹਨਾਂ ਨੇ ਜਿਹੜਾ ਸਿਗਮੰਡ ਫਰਾਇਡ ਦੀ ਕਿਤਾਬ ਨੂੰ ਉਤਾਰਾ ਕੀਤਾ ਪੰਜਾਬੀ ਦੇ ਵਿੱਚ, ਜਸਵੰਤ ਸਿੰਘ ਨੇਕੀ ਹੋਰਾਂ ਨੇ, ਜਿਹੜੇ ਗੁਰਪੁਰਵਾਸੀ ਨੇ। ਗੁਰਮਤ ਮਨੋਵਿਗਿਆਨ ਵੀ ਉਹਨਾਂ ਦਾ ਮਾਸਟਰਪੀਸ ਹੈ, ਇੱਕ ਕਿਤਾਬ ਇਹ ਵੀ ਪੜ੍ਹਨ ਵਾਲੀ ਹੈ। ਇਸ ਤੋਂ ਇਲਾਵਾ ਇਹਨਾਂ ਨੇ ਮਨੋਵਿਗਿਆਨ ਉੱਤੇ ਕਿਤਾਬ ਲਿਖੀ ਹੈ। ਉਹਨਾਂ ਨੇ ਕਿਹਾ ਕਿ ਜਦ ਬੰਦੇ ਨੂੰ ਚੇਤੇ ਨਹੀਂ ਆਉਂਦਾ, ਹਾਂ ਘਰ ਦੇ ਦਰਵਾਜ਼ੇ ਤੇ ਪੈਰ ਰੱਖਣ ਲੱਗਦਾ ਹੈ ਜਾਂ ਕਿਸੇ ਹੋਰ ਕਾਰਜਾਂ ਨੂੰ, ਚਾਹ ਦੀ ਪਿਆਲੀ ਪੀਣ ਲੱਗਦਾ ਹੈ, ਫਿਰ ਓਹੋ ਇਹਦਾ ਨਾਂ ਤੇ ਫਲਾਣਾ ਸੀ। ਹੁਣ ਕਿੱਥੋਂ ਚੇਤਾ ਆਇਆ? ਹੈਗਾ ਉਹ ਅਨਕੌਨਸ਼ੀਅਸ ਸਬ ਕੌਨਸ਼ੀਅਸ 'ਚ ਸੀ, ਉਹਨੇ ਲਿਆ ਕੇ ਬਾਹਰ ਰੱਖ ਦਿੱਤਾ। ਮਹਾਰਾਜ ਕਹਿੰਦੇ ਸਾਡੇ ਕੌਨਸ਼ੀਅਸ ਦੇ ਵਿੱਚ ਤੇ ਨਾਮ ਹੈ, ਪਰ ਸਾਡੇ ਸਬ ਕੌਨਸ਼ੀਅਸ 'ਚ ਨਹੀਂ ਹੈ। ਸਬ ਕੌਨਸ਼ੀਅਸ 'ਚ ਕੀ ਹੈ? ਦੁਨੀਆ ਦਾ ਪਸਾਰਾ ਤੇ ਪਾਪ। ਇਸ ਕਰਕੇ ਉਹ ਨਹੀਂ ਚੇਤੇ ਆਉਂਦਾ। ਮਤ ਦੇਖ ਭੂਲਾਂ ਵੀਸਰੈ ਤੇਰਾ ਚਿਤ ਨਾ ਆਵੈ। ਸਬ ਕੌਨਸ਼ੀਅਸ 'ਚ ਨਹੀਂ ਗਿਆ ਜੇ ਨਾ। ਜਿਸ ਦਿਨ ਸਬ ਕੌਨਸ਼ੀਅਸ 'ਚ ਚਲਾ ਗਿਆ, ਉਸ ਦਿਨ ਇਹ ਬਾਣੀ, ਇਹ ਸ਼ਬਦ, ਇਹ ਨਾਮ ਰਾਤੀ ਜਗਾ ਜਗਾ ਕੇ ਵੀ ਤੁਹਾਨੂੰ ਸੱਚੀ ਮੁੱਚੀ ਹੈਰਾਨ ਕਰੇਗਾ। ਇਹ ਸਤਿਗੁਰੂ ਜੀ ਕਹਿੰਦੇ ਆ, ਬੜੀ ਬਖਸ਼ਿਸ਼ ਹੈ ਇਹਨਾਂ ਸ਼ਬਦਾਂ ਦੇ ਵਿੱਚ। ਸੱਜਣ ਮੁਖ ਅਨੂਪ ਅਠੇ ਪਹਿਰ ਨਿਹਾਲਸਾਂ। ਉਹ ਬੜਾ ਸੋਹਣਾ ਹੈ। ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਮੜੇ ਵਾਲਾ। ਜੇ ਮੈਨੂੰ ਦਿਸੇ ਬੜਾ ਸੋਹਣਾ ਹੈ, ਮੈਂ ਉਹਨੂੰ ਅਠੇ ਪੈਰ ਵੇਖਣ ਨੂੰ ਤਿਆਰ ਹਾਂ, ਪਰ ਉਹਦੇ ਦੀਦਾਰ ਇੱਕੋ ਵਾਰੀ ਹੋਈ, ਉਹਨੂੰ ਝਲਕ ਇੱਕੋ ਵਾਰੀ ਮਿਲੀ। ਪਰ ਕਿੱਥੇ ਮਿਲੀ? ਸੁਤੜੀ ਸ਼ੌਹ ਸੋ ਡਿਠ ਤੈਂ ਸੁਪਨੇ ਹੋ ਖਨੀਏ। ਕਹਿੰਦੇ ਉਹਨੂੰ ਵੇਖਿਆ ਮੈਂ ਸੁਪਨੇ ਵਿੱਚ, ਸੁਤੜੀ ਸੁੱਤੀ ਹੋਈ, ਸੋ ਸ਼ੌਹ ਡਿਠ ਤੈਂ। ਕਹਿੰਦੇ ਮੈਂ ਉਸ ਪ੍ਰਭੂ ਨੂੰ ਸੁਪਨੇ 'ਚ ਵੇਖਿਆ, ਸੁਪਨੇ ਆਇਆ ਹੀ ਗਿਆ। ਇਹ ਵੀ ਜ਼ਿਕਰ ਬਾਣੀ 'ਚ ਕਿੰਨਾ ਕੁਛ ਹੈ ਕਿ ਮੇਰੀ ਨੀਂਦ ਭਲੀ ਹੈ, ਮੈਨੂੰ ਸੌਣ ਦਿਓ ਐਵੇਂ, ਕਿਉਂਕਿ ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ। ਇਹ ਹੈ ਸਾਰਾ ਜ਼ੋਰ ਕਿ ਜਿਹਨੇ ਆਪਣੀ ਰਾਤ ਨਿਹਾਲ ਲਈ, ਰਾਤ ਦੇ ਉੱਤੇ ਬਖਸ਼ਿਸ਼ ਹੋ ਗਈ, ਸੋਨਿਆਂ ਪ੍ਰਭੂ ਦੀ ਬੰਦਗੀ ਸੋਹਿਲਾ ਕਰਦੇ ਸੋ। ਦਾਸ ਅਕਸਰ 2 ਸਾਲਾਂ ਤੋਂ ਇਹ ਬੇਨਤੀ ਕਰ ਰਿਹਾ ਕਿ ਰਾਤ ਅਚਿੰਤ ਅਵਸਥਾ 'ਚ ਤੁਹਾਡੀ ਨੀਂਦ ਸੋਹਿਲਾ ਕਰਦੇ ਹੀ ਹੋਏ, ਉਹ ਬੜੀ ਬਰਕਤ ਵਾਲੀ ਹੁੰਦੀ ਹੈ। ਸੁਤੜੀ ਸ਼ੌਹ ਸੋ ਡਿਠ ਤੈਂ ਸੁਪਨੇ ਹੋ ਖਨੀਏ। ਉਸ ਪ੍ਰਭੂ ਤੋਂ ਮੈਂ ਵਾਰ-ਵਾਰ ਜਾਵਾਂ, ਮੈਨੂੰ ਇੱਕੋ ਵਾਰੀ ਮਿਲਿਆ ਉਸ ਸੁਪਨੇ 'ਚ, ਪਰ ਮੇਰਾ ਮਨ ਸੀ ਕਿ ਮੈਂ ਸੁਪਨੇ ਤੇ ਉਹਨੂੰ ਦੇਖਿਆ ਤੇ ਆਪਣਾ ਸਭ ਕੁਝ ਬਲਹਾਰ ਕਰਾਂ ਜੀ। ਮਹਿਲਾ ਪੰਜਵਾ। ਸੱਜਣ ਸੱਚ ਪਰਖ ਮੁਖ ਅਲਾਵਣ ਥੋਥਰਾ, ਮਨ ਮਜਾਉ ਲਖ ਤੁਦੋਂ ਦੂਰ ਨਾ ਸੁਪਰੀ। ਫਿਰ ਅੱਗੇ ਜ਼ਿਕਰ ਹੈ ਸ਼ਲੋਕ ਦੇ ਵਿੱਚ, ਸੱਜਣ ਸੱਚ ਪਰਖ ਮੁਖ ਅਲਾਵਣ ਥੋਥਰਾ। ਕੋਈ ਵਿਰਲਾ ਹੈ ਜਿਹੜੇ ਪਰਖ ਕਰਦੇ ਨੇ ਉਸ ਰੱਬ ਦੀ, ਨਹੀਂ ਤੇ ਬਾਕੀ ਕਈ ਐਸੇ ਨੇ ਬਸ ਥੋਥੇ ਜ਼ੁਬਾਨ ਤੋਂ ਗੱਲਾਂ ਹੀ ਕਰਦੇ ਨੇ। ਭਾਈ ਉਹਦੀ ਪਰਖ ਕਰ ਦਿਲ ਦੇ ਵਿੱਚ, ਐਵੇਂ ਇਕੱਲੇ ਗੱਲਾਂ ਬਾਤਾਂ ਨਾਲ ਨਹੀਂ। ਕਦੀ ਉਹ ਵੀ ਰਾਤ ਹੋਏ ਕਿ ਜਿਸ ਰਾਤ ਦੇ ਵਿੱਚ ਤੂੰ ਸੱਚੀ ਮੁੱਚੀ ਪੁਕਾਰੇ ਕਿ ਸੁਣ ਨਾਹ ਪ੍ਰਭੂ ਜੀਓ ਇੱਕ ਲੜੀ ਬਨ ਮਾਹ, ਕਿਉਂ ਧੀ ਰਹਿ ਗਈ ਨਾਹ ਬਿਨਾ ਪ੍ਰਭ ਵੇ ਪਰਵਾ। ਕਦੀ ਤੂੰ ਉਹ ਜੀਵ ਇਸਤਰੀ ਰੂਪ ਦੇ ਵਿੱਚ ਆਵਾਜ਼ ਮਾਰੇ ਕਿ ਸਭ ਸੁਹਾਗਣ ਮਾਣ ਹੈ ਰਲੀਆਂ, ਇੱਕ ਦੇਵੋ ਹੋ ਰਾਤ ਮੁਰਾਰੀ। ਮੇਰੀ ਵੀ ਉਹ ਕਦ ਰਾਤ ਆਏ, ਉਹ ਸਮਾਂ, ਉਹ ਬਖਸ਼ਿਸ਼ ਭਰਪੂਰ ਐਸੀ ਘੜੀ ਕਦ ਆਏ ਕਿ ਜਦ ਅੰਦਰੋਂ ਉਹਦੀ ਆਵਾਜ਼ ਉਹ ਮੈਨੂੰ ਜਗਾ ਕੇ ਜਪਾਏ, ਉਹ ਬੁਲਾਏ। ਉਹ ਵਾਲੀ ਅਵਸਥਾ ਸਤਿਗੁਰੂ ਜੀ ਕਹਿੰਦੇ ਹੈ, ਸੱਜਣ ਸੱਚ ਪਰਖ ਮੁਖ ਅਲਾਵਣ ਥੋਥਰਾ। ਜਿੰਨਾ ਚਿਰ ਤੱਕ ਮੁਖ ਦਾ ਅਲਾਵਣਾ ਹੈ, ਇਹ ਹਜੇ ਥੋਥਾ ਹੀ ਹੈ, ਥੋਥਰਾ ਹੀ ਹੈ। ਇਹ ਫਲ ਦੇਣ ਵਾਲਾ, ਇਹ ਆਨੰਦ ਦੇਣ ਵਾਲਾ ਨਹੀਂ। ਅਜੇ ਉਸ ਆਨੰਦ ਤੱਕ ਨਹੀਂ ਅਸੀਂ ਪਹੁੰਚੇ ਜਿਸ ਆਨੰਦ ਦਾ ਜ਼ਿਕਰ ਗੁਰੂ ਅਰਜਨ ਸਾਹਿਬ ਜੀ ਨਾਲ ਤੁਕਾਂ 'ਚ ਕਰ ਰਹੇ ਨੇ। ਮਨ ਮਜਾਹੂ ਲਖ ਤੁਧੋਂ ਦੂਰ ਨਾ ਸੁਪਰੀ। ਮਹਾਰਾਜ ਜੀ ਕਹਿੰਦੇ ਹਰ ਇੱਕ ਹਿਰਦੇ ਦੇ ਅੰਦਰ ਉਹ ਪ੍ਰਭੂ ਹੈ। ਮਨ ਮਜਾਹੂ ਲਖ ਤੁਧੋਂ ਦੂਰ ਨਾ ਸੁਪਰੇ। ਉਹ ਰੱਬ ਤੇਰੇ ਤੋਂ ਦੂਰ ਨਹੀਂ ਹੈ, ਬਸ ਕਿੱਥੇ ਘੜੀ ਬਹਿ ਕੇ ਉਹਨੂੰ ਪ੍ਰੇਮ ਤੇ ਵਿਰਾਗ ਵਿੱਚ ਆਵਾਜ਼ ਮਾਰ, ਉਹ ਤੈਨੂੰ ਦੀਦਾਰ ਦੇਗਾ ਜੀ। ਪੌੜੀ ਧਰਤ ਆਕਾਸ਼ ਪਾਤਾਲ ਹੈ, ਚੰਦ ਸੂਰ ਬਿਨਾਸੀ। ਬਾਦਸ਼ਾਹ ਸ਼ਾਹ ਉਮਰਾਵ ਖਾਨ,
ਕਾਹੇ ਤੇਰੇ ਡੇਰੇ ਜਾਸੀ। ਇਹ ਸਾਰੇ ਆਨੰਦ ਜਿੰਨੇ ਵੀ ਪੌੜੀ ਦੇ ਵਿੱਚ ਜ਼ਿਕਰ ਕੀਤੇ ਨੇ, ਇਸ ਰੱਬ ਦੇ ਦੀਦਾਰ ਦੇ ਸਾਹਮਣੇ ਇੱਕ ਖਿਨ ਉਹਦੇ ਦੀਦ ਕੀਤਿਆਂ ਸਭ ਫਿੱਕੇ ਨੇ। ਇਹ ਉਹਦੇ ਸਾਹਮਣੇ ਕੁਝ ਵੀ ਨੇ ਜਿਹੜਾ ਜਿਸ ਸੰਤ ਭਗਤ, ਜਿਸ ਉਮਰਾਓ ਸ਼ਾਹ ਬਾਦਸ਼ਾਹ, ਜਿਨੇ ਦੁਨੀਆ ਦੇ ਤਖਤ ਮਾਣੇ ਨੇ, ਪਰ ਜਿਨੇ ਪ੍ਰਭੂ ਦੇ ਦੀਦਾਰ ਕੀਤੇ ਨੇ, ਉਹ ਇਹੀ ਕਹਿੰਦਾ, ਕਹਿੰਦੇ ਉਹਦੇ ਅੰਦਰ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰੇ, ਨਮਸਕਾਰ ਡੰਡੌਤ ਬੰਦਨਾ ਅਨਕ ਬਾਰ ਜਾਉ ਬਾਰੇ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੈ ਚਿਤਾਰੇ, ਸੁਖ ਦੁਖ ਇਸ ਮਨ ਕੀ ਬਿਰਤਾ ਤੁਝ ਹੀ ਆਗੈ ਸਾਰੇ। ਇਹਦੇ ਅੱਗੇ ਜਾ ਕੇ ਇਸੀ ਸ਼ਬਦ 'ਚ ਇੱਕ ਤੁਕ ਆਂਦੀ ਹੈ, ਕੋਟ ਸੂਖ ਆਨੰਦ ਰਾਜ ਪਾਏ। ਇਹ ਵੀ ਇੱਕ ਸ਼ਬਦ ਦੇ ਵਿੱਚ ਤੁਕ ਆਈ ਹੈ, ਮੈਨੂੰ ਖਿਮਾ ਬਖਸ਼ੋ ਸ਼ਾਇਦ ਇਸ ਸ਼ਬਦ 'ਚ ਨਹੀਂ ਹੈ, ਪਰ ਉਹ ਇਹ ਉਹਦੇ ਵਿੱਚ ਤੁਮ ਕਰੋ ਦਇਆ ਮੇਰੇ ਸਾਈਂ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ। ਇਹਦੇ ਵਿੱਚ ਸਤਿਗੁਰੂ ਜੀ ਕਹਿੰਦੇ ਕੋਟ ਸੂਖ ਆਨੰਦ ਰਾਜ ਪਾਏ, ਮੁਖ ਤੇ ਨਿਮਖ ਬੁਲਾਈ। ਇੱਕ ਵਾਰੀ ਉਹਨੂੰ ਉਸ ਰੂਪ 'ਚ ਬੁਲਾ ਜਿਸ ਰੂਪ 'ਚ ਗੁਰੂ ਨੇ ਪੁਕਾਰਿਆ, ਤੈਨੂੰ ਕਰੋੜਾਂ ਰਾਜਾਂ ਦਾ ਸੁੱਖ ਮਿਲ ਜਾਏਗਾ ਇੱਕ ਵਾਰ 'ਚ। ਇਹ ਜ਼ਿਕਰ ਕੀਤਾ ਪੌੜੀ, ਧਰਤ ਆਕਾਸ਼ ਪਤਾਲ ਹੈ, ਚੰਦ ਸੂਰਜ ਬਿਨਾਸੀ ਅੱਜ ਹੈ ਕੱਲ ਨੂੰ ਨਹੀਂ ਹੈ, ਬਾਦਸ਼ਾਹ ਸ਼ਾਹ ਉਮਰਾਵ ਖਾਨ ਢਾਹੇ ਢੇਰੇ ਜਾਸੀ। ਸਭ ਢਹਿ ਢੇਰੀ ਹੋਣ ਵਾਲੇ ਨੇ ਇਹ ਆਨੰਦ ਜੀ। ਰੰਗ ਤੁੰਗ ਗਰੀਬ ਮਸਤ ਸਭ ਲੋਕ ਸਿਧਾਸੀ, ਕਾਜ਼ੀ ਸ਼ੇਖ ਮਸਾਏ ਕਾ ਸਭੇ ਉੱਠ ਜਾਸੀ। ਫਿਰ ਇਹ ਸਾਰੇ ਰੰਗ ਤੁੰਗ ਗਰੀਬ ਮਸਤ, ਰੰਗ ਦਾ ਮਤਲਬ ਰੁੰਗ, ਅਮੀਰ ਬੰਦੇ ਰੰਗ ਮਾਨਣ ਵਾਲੇ, ਤੁੰਗ ਦਾ ਮਤਲਬ ਬਿਲਕੁਲ ਐ ਸੜਕਾਂ ਦੇ ਕੰਢੇ ਬਹਿਣ ਵਾਲੇ ਜਿਨ੍ਹਾਂ ਕੋਲ ਸਿਰ ਦੇ ਉੱਤੇ ਛੱਤ ਵੀ ਨਹੀਂ ਹੈ, ਗਰੀਬ ਮਸਤ ਸਭ ਲੋਕ ਸਿਧਾਸੀ, ਇੱਥੇ ਕੋਈ ਰਹਿਣ ਵਾਲਾ ਨਹੀਂ ਹੈ। ਕਾਜ਼ੀ ਸ਼ੇਖ ਮਸਾਇਕ ਸਭੇ ਉੱਠ ਜਾਸੀ, ਕਾਜ਼ੀ ਵੀ ਨਹੀਂ ਰਹਿਣੇ, ਸ਼ੇਖ ਮਸਾਇਕ ਵੱਡੇ ਵੱਡੇ ਛੋਟੇ ਛੋਟੇ, ਇੱਥੋਂ ਤੱਕ ਧਰਮੀ ਕਹਾਉਣ ਵਾਲੇ ਵੀ ਇੱਥੋਂ ਜਾਣ ਵਾਲੇ ਨੇ ਜੇ। ਪੀਰ ਪੈਗੰਬਰ ਔਲੀਏ ਕੋ ਥਿਰ ਨਾ ਰਹਾਸੀ, ਰੋਜ਼ਾ ਬਾਂਗ ਨਿਵਾਜ ਕਤੀਬ ਵਿਨਸ ਬੁਝੇ ਸਭ ਜਾਸੀ। ਪੀਰ ਪੈਗੰਬਰ ਔਲੀਏ ਕੋ ਥਿਰ ਨਾ ਰਹਾਸੀ, ਇੱਥੇ ਰਹਿਣ ਵਾਲਾ ਕੋਈ ਨਹੀਂ ਹੈ, ਸਭ ਦੁਨੀਆ ਆਵਣ ਜਾਵਣੀ, ਮੁਕਾਮ ਏਕ ਰਹੀਮ, ਰਹਿਣ ਵਾਲਾ ਉਹੀ ਹੈ। ਰੋਜ਼ਾ ਬਾਂਗ ਨਿਵਾਜ਼, ਬਾਗ ਨਹੀਂ ਪੜਨਾ, ਬਾਂਗ ਜਿਹੜਾ ਅਨਲ ਹਕ ਦੀ ਬਾਂਗ ਦੇਣਾ, ਜਿਹੜੇ ਕਾਜ਼ੀ ਦਿੰਦੇ ਨੇ 5 ਵਕਤ ਦੀ ਨਮਾਜ਼ ਵੇਲੇ। ਰੋਜ਼ਾ ਬਾਂਗ ਨਿਮਾਜ਼ ਕਤੀਬ ਵਿਣ ਬੁਝੇ ਸਭ ਜਾਸੀ, ਜੇ ਬੁਝਿਆ ਨਹੀਂ ਹੈ ਤੇ ਫਿਰ ਜਿੰਨੀਆਂ ਮਰਜ਼ੀਆਂ ਨਮਾਜ਼ਾਂ, ਜਿੰਨੀਆਂ ਮਰਜ਼ੀਆਂ ਬਾਂਗਾ, ਜਿੰਨਾ ਮਰਜ਼ੀ ਇਹ ਪਰਪੰਚ ਕਰੀਏ, ਜੇ ਰੱਬ ਹੀ ਨਹੀਂ ਬੁਝਿਆ ਗਿਆ, ਰੱਬ ਦੀ ਗੱਲ ਜੇ ਝੂਠ ਹੀ ਹੈ, ਧੋਖਾ ਹੀ ਹੈ, ਫਰੇਬੀ ਹੈ, ਫਿਰ ਮਹਾਰਾਜ ਜੀ ਕਹਿੰਦੇ ਸਭ ਉੱਠ ਜਾਸੀ, ਸਭੇ ਉੱਠ ਜਾਸੀ। ਇੱਥੇ ਕੋਈ ਭਾਵ ਵਿਣ ਬੁਝੇ ਸਭ ਜਾਸੀ, ਬਿਨਾਂ ਬੁਝਿਆ ਇਹ ਸਭ ਫਨਾ ਹੋਣ ਵਾਲਾ ਹੈ ਜੀ। ਲੱਖ 84 ਮੇਦਨੀ ਸਭ ਆਵੇ ਜਾਸੀ, ਨੇ ਚਲ ਸੱਚ ਖੁਦਾਏ ਏਕ, ਖੁਦਾਏ ਬੰਦਾ ਅਬਨਾਸੀ। ਹਾਂ, ਰਹਿਣ ਵਾਲੀਆਂ ਇੱਥੇ ਧਰਤੀ ਤੇ ਕਿੰਨੀ ਚੀਜ਼ਾਂ ਨੇ, ਇੱਕ ਨਹੀਂ, ਇੱਕ ਤੋਂ ਬਾਅਦ 2 ਚੀਜ਼ਾਂ ਨੇ। ਅਸੀਂ ਇਹ ਤੇ ਵਿਚਾਰਿਆ ਕਿ ਇੱਕੋ ਰਹੇਗਾ, ਨਹੀਂ, ਇੱਕ ਦੇ ਨਾਲ ਇੱਕ ਹੋਰ ਰਹੇਗਾ। ਲੱਖ 84 ਮੇਦਨੀ ਸਭ ਆਵੇ ਜਾਸੀ, ਆਣ ਜਾਣ ਦੇ ਵਿੱਚ ਸਾਰਾ ਸੰਸਾਰ ਹੈ। ਨਹੀਂ ਚਲ ਸੱਚ ਖੁਦਾਏ ਏਕ, ਇੱਕ ਖੁਦਾ ਰਹਿਣ ਵਾਲਾ ਹੈ, ਅੱਗੇ ਖੁਦਾਏ ਬੰਦਾ ਅਬਨਾਸ਼ੀ, ਇੱਕ ਖੁਦਾ ਦਾ ਬੰਦਾ, ਇੱਕ ਖੁਦਾ ਦਾ ਰੂਪ ਹੋਣ ਵਾਲਾ, ਉਹ ਕਦੀ ਨਹੀਂ ਜਾਏਗਾ, ਉਹ ਸਦਾ ਅਬਨਾਸ਼ੀ ਹੈ ਜੀ। ਦਖਨੇ ਮਹਿਲਾ ਪੰਜਵਾ ਡਿੱਠੀ ਹਬ ਢੰਡੋਲ, ਹਿੱਕਸ ਬਾਜ ਨਾ ਕੋਏ, ਆਓ ਸੱਜਣ ਤੂੰ ਮੁਖ ਲਗ, ਮੇਰਾ ਤਨ ਮਨ ਠੰਡਾ ਹੋਏ। ਦਖਣੇ ਮਹੱਲਾ ਪੰਜਵਾਂ 18ਵੀਂ ਪੌੜੀ ਦੇ ਨਾਲ ਦੇ ਸ਼ਲੋਕ, ਡਿੱਠੀ ਹਬ ਢੰਡੋਲ, ਹਿੱਕਸ ਬਾਜ ਨਾ ਕੋਈ, ਮੈਂ ਸਭ ਪਾਸੇ ਲੱਭ ਆਈ ਹਾਂ, ਇੱਕ ਤੋਂ ਬਿਨਾਂ ਆਨੰਦ ਸੁਖ ਦੇਣ ਵਾਲਾ, ਆਸਰਾ ਸਦਾ ਰਹਿਣ ਵਾਲਾ, ਸਹਾਰਾ ਕੋਈ ਨਹੀਂ ਹੈ। ਆਓ ਸੱਜਣ ਤੂੰ ਮੁਖ ਲੱਗ, ਮੇਰਾ ਤਨ ਮਨ ਠੰਡਾ ਹੋਏ। ਇਹੀ ਹੈ ਨਾ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ, ਤੂੰ ਬੜੇ ਆਪਣੇ ਦੀਦ ਦੇ ਦੀਦਾਰ ਦੇ, ਮੇਰਾ ਤਨ ਤੇ ਮਨ ਸੀਤਲ ਹੋਏ ਜੀ। ਮਹਿਲਾ ਪੰਜਵਾ ਆਸ਼ਕ ਆਸਾ ਬਾਰਾ, ਮੂੰਹ ਮਨ ਵੱਡੀ ਆਸ,
ਆਸ ਨਿਰਾਸਾ ਇੱਕ ਤੂੰ, ਹਉ ਬਲ 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 ਗਈ ਆਸ। ਆਸ਼ਕ ਉਹ ਨਹੀਂ ਹੈ ਕਿ ਜਿਹੜਾ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ, ਚੰਗਾ ਕੀਤਾ ਤੇ ਚੰਗਾ ਆਖਿਆ, ਮੰਦਾ ਕੀਤਾ ਤੇ ਰੱਬ ਤੋਂ ਰੁੱਸ ਗਿਆ। ਉਹ ਆਸ਼ਕੀ ਨਹੀਂ ਹੈ। ਆਸ਼ਕ ਤੇ ਉਹ ਹੈ, ਆਸ਼ਕ ਆਸਾ ਬਾਹਰ ਆ, ਜਿਹੜਾ ਆਸਾ ਤੋਂ ਬਾਹਰ ਹੋ ਗਿਆ। ਚੰਗਾ ਕੀਤਾ ਤਾਂ ਵੀ ਭਲਾ, ਮੰਦਾ ਕੀਤਾ ਤਾਂ ਵੀ ਮੇਰਾ ਭਲਾ। ਉਹਦੇ ਮਨ 'ਚ ਇਹ ਆਸ ਨਹੀਂ ਕਿ ਕੱਲਾ ਮੈਂ ਸੁੱਖ ਲੈਣ ਆਇਆ, ਕੱਲਾ ਮੇਰਾ ਇੱਥੇ ਚੰਗਾ ਹੀ ਹੋਏਗਾ ਨਾ। ਅਸਲ ਆਸ਼ਕ ਰੱਬ ਦਾ ਉਹ ਹੈ ਜਿਹੜਾ ਆਸਾ ਤੋਂ ਬਾਹਰ ਹੀ ਹੋ ਗਿਆ ਕਿ ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਮੇਰਾ ਸਭ ਦੇ ਵਿੱਚ ਭਲਾ ਹੈ। ਇਹ ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਪੇਦਾਤ ਤੇਰੀ ਦਾਤਾਰ। ਆਸ਼ਕ ਆਸਾਂ ਬਾਹਰ ਹਾ, ਮੂੰਹ ਮਨ ਵੱਡੀ ਆਸ। ਮੇਰੇ ਮਨ 'ਚ ਇਹ ਆਸ ਹੈ ਕਿ ਮੈਨੂੰ ਆਸ਼ਕ ਵਾਲੀ ਆਸ ਮਿਲ ਜੇ। ਆਹ ਹੈ ਦੇਖੋ ਕਿੱਡੀ ਰਮਜ਼। ਮੇਰੇ ਮਨ ਦੇ ਵਿੱਚ ਉਹ ਆਸ ਹੈ ਕਿ ਜਿਸ ਤਰ੍ਹਾਂ ਅਸਲ ਆਸ਼ਕ ਨੇ ਨਾ ਰੱਬ ਤੇਰੇ, ਜਿਹੜੇ ਆਸਾਂ ਤੋਂ ਬਾਹਰ ਨੇ, ਮੇਰੇ ਮਨ 'ਚ ਉਹ ਆਸ ਹੈ ਕਿ ਮੈਨੂੰ ਉਸ ਤਰ੍ਹਾਂ ਦਾ ਆਸ਼ਿਕ ਬਣਾ ਤੂੰ। ਅੱਗੇ ਸਾਹਿਬ ਜੀ ਕਹਿੰਦੇ, ਆਸ ਨਿਰਾਸਾ ਹਿੱਕ ਤੂੰ, ਹਉ ਬਲ 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 ਗਈ ਆਸ। ਸਾਰੇ ਆਸਾਂ ਦੇ ਵਿੱਚ ਨੇ ਇੱਕ ਤੂੰ ਤੇ ਇੱਕ ਤੇਰਾ ਆਸ਼ਕ। ਜਿੱਥੇ ਅੱਗੇ ਪਹਿਲੀ ਤੁਕ 'ਚ ਪੜਿਆ, ਇੱਕ ਤੂੰ ਹੀ ਬਾਹਰ ਹੈ ਆਸਾਵਾਂ ਤੋਂ, ਬਾਕੀ ਸਭ ਆਸਾਵਾਂ ਦੇ ਵਿੱਚ ਨੇ। ਇਸ ਕਰਕੇ ਤੇਰੇ ਤੋਂ ਮੈਂ 3 ਵਾਰੀ, ਆਦ ਵੀ ਅੰਤ ਵੀ ਤੇ ਹੁਣ ਵੀ, ਆਦ ਪੂਰਨ ਮੱਧ ਪੂਰਨ ਅੰਤ ਪੂਰਨ, ਤਿੰਨੋਂ ਵਾਰੀ ਮੈਂ ਤੇਰੇ ਤੋਂ ਬਲਹਾਰ ਜਾਂਦੀ ਹਾਂ ਜੀ। ਮਹਿਲਾ ਪੰਜਵਾ ਵਿਛੋੜਾ ਸੁਣੇ ਦੁਖ, ਵਿਣ ਡਿਠੇ ਮਰਿਓਦ, ਬਾਜ ਪਿਆਰੇ ਆਪਣੇ ਬਿਰਹੀ ਨਾ ਧੀਰੋਦ। ਹੁਣ ਇੱਥੇ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਚੇਤਾ ਆਉਂਦਾ ਹੈ ਕਿ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਦੁਨੀਆ ਦੇ ਵਿੱਚ ਬਹੁਤ ਸਾਰੇ ਦੁੱਖ ਨੇ। 3 ਦੁੱਖ ਤੇ ਵਾਕਈ, ਕਿਸੇ ਦਾ ਵਿਛੋੜਾ ਵੀ ਬਹੁਤ ਡਾਢਾ ਦੁੱਖ ਹੈ, ਤਨ ਦਾ ਰੋਗ ਵੀ ਦੁੱਖ ਹੈ। ਪਰ ਮਹਾਰਾਜ ਕਹਿੰਦੇ ਇਹ ਇੰਨਾ ਕੁ ਦੁੱਖ ਨਹੀਂ ਹੈ ਜਿੰਨਾ ਅਸਲ ਦੇ ਵਿੱਚ ਦੁੱਖ ਪ੍ਰਭੂ ਦੇ ਵਿਛੋੜੇ ਦਾ। ਇਹ ਦੁੱਖ ਸਭ ਤੋਂ ਵੱਡਾ ਹੈ, ਜਿਹੜਾ ਸਾਰੇ ਦੁੱਖਾਂ ਦੇ ਸਿਰ ਦੁੱਖ ਹੈ। ਵਿਛੋੜਾ ਸੁਣੇ ਦੁੱਖ, ਇਹ ਵਿਛੋੜਾ ਸੁਣਿਆ ਕਿ ਬੜਾ ਡਾਢਾ ਦੁੱਖ ਦਿੰਦਾ ਹੈ। ਵਿਣ ਡਿਠੇ ਮਰਿਓਦ, ਜੇ ਰੱਬ ਦੇ ਦੀਦਾਰ ਨਹੀਂ ਕੀਤੇ ਤਾਂ ਤਾਈਓ ਤੇ ਬਾਬਾ ਸ਼ੇਖ ਫਰੀਦ ਕਹਿੰਦੇ, ਇਹ ਕਾਲ ਰੂਪੀ ਕਾਂ ਸਭ ਕੁਝ ਨੋਚ ਲੈ, ਸਭ ਕੁਝ ਤੂੰ ਨੋਚ ਲੇਗਾ, ਇਹ ਤੇਰਾ ਦਸਤੂਰ ਹੈ। ਕਾਲ ਆਇਆ ਤੇ ਪਰ ਮੈਂ ਇੱਕ ਅਰਜ਼ੋਈ ਕਰਦਾ, ਇਹ ਦੋ ਨੈਣਾ ਮਤ ਛੂ ਫਿਰ ਦੇਖਣ ਕੀ ਬਸ। ਉਸ ਖੁਦਾਈ ਦੇ ਦੀਦਾਰ ਰਹਿ ਗਏ ਨੇ ਵਾਪਸ ਕਿ ਕਾਗਾ ਕਰਗ ਢਡੋਲਿਆ ਸਗਲਾ ਖਾਇਆ ਮਾਸ, ਇਹ ਦੋ ਨੈਣਾ ਮਤ ਛੂ ਫਿਰ ਦੇਖਣ ਕੀ ਆਸ। ਇਹ ਅੰਦਰ ਵਿਣ ਡਿਠੇ ਮਰਿਓਦ, ਦੀਦਾਰ ਤੋਂ ਬਿਨਾਂ ਇੱਥੋਂ ਚਲੇ ਗਏ। ਬਾਜ ਪਿਆਰੇ ਆਪਣੇ ਬਿਰਹੀ ਨਾ ਤੀ ਰੋਂਦ। ਬਿਰਹੀ ਕਹਿੰਦੇ ਕਿ ਜਿਹੜਾ ਪ੍ਰਭੂ ਦੇ ਪਿਆਰ ਦੇ ਦੀਦ ਦੇ ਤਾਂਗ ਦੇ ਵਿੱਚ ਬੈਠਾ, ਉਹਨੂੰ ਬਿਰਹੀ ਕਿਹਾ। ਦਰਸ਼ਨਾਂ ਦੀ ਪਿਆਸ ਵਿੱਚ ਬੈਠਾ ਹੈ, ਉਹਨੂੰ ਪ੍ਰਭੂ ਦੇ ਦਰਸ਼ਨ ਤੋਂ ਹੀ ਤੀਰੋਂਦ ਦਾ ਮਤਲਬ ਹੈ ਧਰਵਾਸ ਮਿਲੇਗਾ। ਇਸ ਤੋਂ ਬਿਨਾਂ ਹੋਰ ਕੋਈ ਚੀਜ਼ ਉਹਨੂੰ ਧਰਵਾਸ ਨਹੀਂ ਦੇ ਸਕਦੀ ਜੀ। ਔੜੀ ਤਟ ਤੀਰਥ ਦੇਵ ਦੇਵਾਲਿਆ, ਕੇਦਾਰ ਮਥੁਰਾ ਕਾਸ਼ੀ, ਕੋਟ 33 ਦੇਵਤੇ ਸਣ ਇੰਦਰੈ ਜਾਸੀ। ਇਹ ਸਾਰੀ ਉਹੀ ਇੱਕ ਆਸ਼ਕ ਤੇ ਇੱਕ ਖੁਦਾ ਆਪ, ਇੱਕ ਖੁਦਾ ਤੇ ਖੁਦਾਈ ਬੰਦਾ, ਇਹ ਮਜ਼ਮੂਨ ਸਾਰਾ ਉਹੀ ਚੱਲ ਰਿਹਾ ਤੇ ਰਹਿਣ ਵਾਲਾ ਉਹੀ ਹੈ। ਤੇ ਜਿਹੜਾ ਉਹਨੂੰ ਪੂਜੇਗਾ, ਉਹਨੂੰ ਧਿਆਏਗਾ, ਉਹ ਵੀ ਕਿੱਥੇ ਨਹੀਂ ਗਿਆ। ਬਾਕੀ ਇਹ ਸਾਰਾ ਕੁਝ ਜਾਣ ਵਾਲਾ ਹੈ। ਪੌੜੀ ਤਟ ਤੀਰਥ ਦੇਵ ਦੇਵਾਲਿਆ, ਕੇਦਾਰ ਮਥੁਰਾ ਕਾਂਸ਼ੀ, ਸਾਰੇ ਇੱਥੇ ਇਹ ਧਰਤੀ ਦੇ 68 ਤੀਰਥਾਂ ਦਾ ਸਤਿਗੁਰ ਜੀ ਨੇ ਇੱਕ ਮੈਟਾਫਰ ਬੰਨ ਦਿੱਤਾ। ਤਟ ਤੀਰਥ ਦੇਵ ਦੇਵਾਲਿਆ, ਕੇਦਾਰ ਮਥੁਰਾ ਕਾਂਸ਼ੀ, ਇਹ ਧਰਮ ਸਥਾਨ ਨੇ, ਇਹ ਤੀਰਥ ਸਥਾਨ ਨੇ। ਕੋਟ 33 ਦੇਵਤੇ ਸਣ ਇੰਦਰੈ ਜਾਸੀ, ਇਹ ਵੀ ਸਾਰੇ ਜਾਣਗੇ। ਇਹ ਸਾਰੇ ਜਾਣ ਵਾਲੇ ਨੇ। ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ शिवजी अवतरा, काल पाए कर सब कुछ, सकल काल का किया तमाशे, सब जान वाले ने जी। सिमृत शास्त्र भेद चार, खट दर्श समासी, पोथी पंडित गीत कवित, कवते भी जासी। सिमृत शास्त्र वेद चार, खट कहते 6 दर्शन, 6 दर्शन समासी, सब खत्म होणगे, सब ਸਮਾ ਜਾਣਗੇ।
ਪੋਥੀ ਪੰਡਤ ਗੀਤ ਕਵਿਤ ਕਵਤੇ ਵੀ ਜਾਤੀ ਜਾਸੀ, ਉਹਦੇ ਕਵਿਤਾਵਾਂ ਗਾਉਣ ਵਾਲੇ ਵੀ ਨਹੀਂ ਰਹਿਣਗੇ ਜੀ। ਜਤੀ ਸਤੀ ਸੰਨਿਆਸੀਆਂ ਸਭ ਕਾਲੈ ਵਾਸੀ, ਮਨ ਜੋਗੀ ਦਿਗੰਬਰਾ ਜਮੈ ਸਣ ਜਾਸੀ। ਜਤੀ ਸਤੀ ਸੰਨਿਆਸੀਆਂ ਸਭ ਕਾਲੈ ਵਾਸੀ, ਕਾਲ ਦੇ ਵਸ ਹੈ ਸਭ ਕੁਝ। ਜਤੀ ਵੀ ਸਤੀਆਂ ਵੀ, ਸਤੀ ਦਾ ਮਤਲਬ ਸਤ ਕਾਇਮ ਰੱਖਣ ਵਾਲੇ, ਜਿਹੜੇ ਕਹਿੰਦੇ ਆਪਣੇ ਆਪ ਨੂੰ ਅਪਰਸ, ਕਿ ਅਸੀਂ ਕਿਸੇ ਦਾ ਛੋਹ ਵੀ ਨਹੀਂ ਲੈਂਦੇ, ਅਸੀਂ ਛੂੰਦੇ ਵੀ ਨਹੀਂ ਕਿਸੇ ਨੂੰ। ਸੰਨਿਆਸੀ ਵੀ ਇਹ ਕਾਲ ਦੇ ਵਸ ਨੇ। ਮੁਨ ਜੋਗੀ ਮੁਨੀ, ਮੁਨੀ ਜਨ ਨੂੰ ਮੁਨ ਕਿਹਾ। ਜੋਗੀ ਦਿਗੰਬਰਾਂ, ਦਿਗੰਬਰ ਜੈਨੀ, ਜੈਨੀ ਜਿੰਨੇ ਵੀ ਨੇ ਜੀ। ਸ਼ਵੇਤਾਂਬਰ ਤੇ ਦਿਗੰਬਰ, ਸ਼ਵੇਤਾਂਬਰ ਚਿੱਟੇ ਕੱਪੜੇ ਪਾਉਣ ਵਾਲੇ ਤੇ ਨਗਨ ਰਹਿਣ ਵਾਲੇ ਦਿਗੰਬਰ। ਜੰਮੈ ਸਣ ਜਾਸੀ, ਇਹ ਸਾਰੇ ਇੱਥੇ ਜਾਣਗੇ ਜੀ। ਜੋ ਦਿਸੈ ਸੋ ਵਿਣਸਣਾ ਸਭ ਬਿਨਸ ਬਿਨਾਸੀ, ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ। ਇਹ ਸਭ ਜਾਣ ਵਾਲਾ ਹੈ ਜੀ, ਜੋ ਜੰਮਿਆ, ਜੋ ਦਿਸ ਰਿਹਾ। ਜੋ ਦਿਸੈ ਸੋ ਵਿਣਸਣਾ ਸਭ ਬਿਨਸ ਬਿਨਾਸੀ, ਦੋ ਦਾ ਹੀ ਜ਼ਿਕਰ ਕੀਤਾ, ਪਰ ਉਹ ਹੈ ਇੱਕੋ ਹੀ ਰੂਪ। ਰਾਮ ਸੰਤ ਮੈਂ ਭੇਦ ਕਿਛ ਨਾਹੀ, ਏਕ ਜਨ ਕਹੀ ਮੈਂ ਲੱਖ ਕਰੋੜੀ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ, ਭੇਦ ਕੋਈ ਨਹੀਂ ਹੈ। ਸਾਨੂੰ ਦੋ ਲੱਗਦਾ ਹੈ, ਪਰ ਉਹ ਸੱਚੀ ਗੱਲ ਤੇ ਇਹ ਹੈ ਨਾ, ਏਕ ਜੋਤ ਦੋਇ ਮੂਰਤੀ ਧਨ ਫਿਰ ਕਹੀ ਹੈ ਸੋਏ। ਉਹ ਇੱਕੋ ਹੀ ਹੋ ਗਏ ਨੇ। ਇਸ ਕਰਕੇ ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ। ਪਾਰ ਬ੍ਰਹਮ ਦਾ ਵੀ ਜ਼ਿਕਰ ਹੈ ਤੇ ਉਹਦੇ ਸੇਵਕ ਦਾ ਵੀ ਜ਼ਿਕਰ, ਕਿਉਂਕਿ ਹੋ ਗਏ ਉਹ ਇੱਕ ਰੂਪ ਹੋ ਗਏ। ਅਬ ਤੋਂ ਜਾਏ ਚੜ੍ਹੈ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਣੀ। ਭੁੱਲਾਂ ਚੁੱਕਾਂ ਦੀ ਖਿਮਾ ਹੈ ਜੀ। ਇੱਥੇ ਸਮਾਪਤੀ। ਆਪ ਸਾਰਿਆਂ ਦਾ ਧੰਨਵਾਦ। ਭਾਈ ਸਾਹਿਬ ਹੋਰਾਂ ਦਾ ਸ਼ੁਕਰਾਨਾ। ਸਭ ਤੋਂ ਵੱਧ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਗੁਰੂ ਅਰਜਨ ਸਾਹਿਬ ਜੀ ਦਾ 1100 ਅੰਗ ਅੱਜ ਸੰਪੂਰਨ ਹੋਏ ਨੇ। ਆਪ ਸੰਗਤਾਂ ਨੂੰ ਉਹਦੀਆਂ ਮੁਬਾਰਕਾਂ, ਖੁਸ਼ੀਆਂ, ਸਾਰਿਆਂ ਦਾ ਧੰਨਵਾਦ। ਆਪ ਬਹੁਤ ਮਾਣ ਪਿਆਰ ਦੇ ਰਹੇ ਹੋ ਜੀ। ਇਹ ਵੀ ਆਪ ਸ਼ੋਭਾ ਵਧਾ ਰਹੇ ਹੋ, ਪਰ ਆਪ ਸੰਗਤਾਂ ਦੇ ਚਰਨਾਂ 'ਚ ਇਸਤਕਬਾਲ ਹੈ। ਪਰ ਆਪ ਸੰਗਤਾਂ ਦੀ ਹਾਜ਼ਰੀ ਹੀ ਸਭ ਤੋਂ ਕੀਮਤੀ ਹੈ, ਬੇਸ਼ਕੀਮਤੀ ਹੈ, ਮਨ ਨੂੰ ਤਰਵਾਸ ਦੇਣ ਵਾਲੀ ਹੈ। ਸਤਿਗੁਰ ਭਲੀ ਕਰਨ। ਜਿਹੜਾ ਇਹ ਰੋਗ ਆਇਆ, ਇਹ ਹਵਾ ਦੇ ਵਿੱਚ ਜੋ ਇੱਕ ਦਹਿਸ਼ਤ ਹੈ, ਸਤਿਗੁਰ ਜੀ ਰੋਗਾਂ ਤੋਂ ਵੀ ਬਚਾਉਣ, ਨਿਰੋਗੀ ਕਰਨ, ਚੜ੍ਹਦੀ ਕਲਾ ਬਖਸ਼ਣ, ਸਾਰੇ ਪਰਿਵਾਰਾਂ ਨੂੰ ਅਰੋਗੀ ਬਣਾਉਣ। ਰੋਗੰ ਤੇ ਅਰ ਸੋਗੰ ਤੇ ਜਲ ਜੋਗੰ ਤੇ ਬਹੁ ਭਾਂਤ ਬਚਾਵੇ। ਜਾਂ ਆਪਾਂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਉਚਾਰਨ ਸਦਾ ਕਰੀਏ ਤੇ ਸਾਰੀ ਸ੍ਰਿਸ਼ਟੀ ਦੇ ਲਈ ਅਰਦਾਸ ਕਰੀਏ। ਸੱਚੇ ਪਾਤਸ਼ਾਹ ਹੋਈ ਸ੍ਰਿਸ਼ਟ ਠਰ, ਸਾਰੀ ਸ੍ਰਿਸ਼ਟੀ ਨੂੰ ਰੋਗਾਂ ਤੋਂ ਬਚਾਉਣ। ਬਾਹਰ ਡਾਕਟਰ ਜਸਕੀਰਤ ਸਿੰਘ ਜੀ ਬੈਠੇ ਹੋਏ ਨੇ, ਜਿਹੜੇ ਐਕਿਊਪ੍ਰੈਸ਼ਰ ਰਾਹੀਂ ਰੋਗਾਂ ਦਾ ਇਲਾਜ ਕਰਦੇ ਨੇ। ਆਪ ਨਿਸੰਕੋਚ ਹੋ ਕੇ ਉਹਨਾਂ ਨੂੰ ਜਾ ਕੇ ਆਪਣੀ ਨਬਜ਼ ਦੱਸੋ ਤੇ ਬਾਕੀ ਉਹੀ ਪਤਾ ਲਗਾ ਲੈਣਗੇ ਕਿ ਸਾਡੇ ਤਨ ਦੇ ਵਿੱਚ ਕੀ ਰੋਗ ਨੇ। ਸਤਿਗੁਰ ਜੀ ਦੀ ਬਖਸ਼ਿਸ਼ ਹੈ। ਬਹੁਤ ਧੰਨਵਾਦ ਸਾਰਿਆਂ ਦਾ, ਸਮੁੱਚੇ ਤੌਰ 'ਤੇ ਧੰਨਵਾਦ ਹੈ। ਕੱਲ੍ਹ ਨੂੰ ਫਿਰ ਆਪ ਸੰਗਤਾਂ ਦੇ ਦਰਸ਼ਨ ਕਰਾਂਗੇ ਜੀ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।